ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਗੁਰਜਿੰਦਰ ਸਿੰਘ ਰੰਧਾਵਾ। ਪੰਜਾਬ ਮੇਲ USA ਸਟੂਡੀਓ ਵਿੱਚ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਅਸੀਂ ਰੂਬਰੂ ਹੋ ਰਹੇ ਹਾਂ। ਅੱਜ ਦੇ US ਇਮੀਗ੍ਰੇਸ਼ਨ ਐਂਡ ਪੋਲਿਟਿਕਸ ਦੇ ਪ੍ਰੋਗਰਾਮ ਵਿੱਚ ਸਾਡੇ ਨਾਲ ਫੇਰ ਵਿਸ਼ੇਸ਼ ਤੌਰ ਤੇ ਸਾਡੇ ਉੱਘੇ ਵਕੀਲ ਸਰਦਾਰ ਜਸਪ੍ਰੀਤ ਸਿੰਘ ਅਟਾਰਨੀ ਐਟ ਲਾ ਹਾਜ਼ਰ ਆ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਵਾਗਤ ਹੈ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਭ ਤੋਂ ਪਹਿਲਾਂ ਤਾਂ ਆਪਾਂ ਜਿਵੇਂ ਇਮੀਗ੍ਰੇਸ਼ਨ ਦਾ ਅਪਡੇਟ ਦੀ ਗੱਲ ਕਰਦੇ ਹੁੰਦੇ ਹਾਂ, ਉਹਦੇ ਬਾਰੇ ਕੀ ਅਪਡੇਟ ਹੈ ਜੀ US ਦੀ? ਅਜੇ ਜਿਹੜੀ ਇਮੀਗ੍ਰੇਸ਼ਨ ਕੋਰਟਸ ਅਜੇ ਨਹੀਂ ਸੀ ਖੁੱਲੀਆਂ, ਕੁਝ ਜਿਨ੍ਹਾਂ ਵਿੱਚ ਕਿ ਨਿਊਯਾਰਕ ਦੀ ਕੋਰਟ ਸ਼ਾਮਲ ਹੈ, ਉਹ ਅਜੇ ਤੱਕ ਇਹਨਾਂ ਨੇ 30 ਅਕਤੂਬਰ ਤੱਕ ਐਕਸਟੈਂਡ ਕਰਤੀ ਹੈ ਡੇਟ ਵੀ ਨਹੀਂ ਖੁੱਲਣਗੀਆਂ। ਹੋ ਸਕਦਾ ਨਵੰਬਰ ਦੇ ਵਿੱਚ ਖੁੱਲੇ। ਬਾਕੀ ਜਿਹੜੀਆਂ ਇਮੀਗ੍ਰੇਸ਼ਨ ਦੀਆਂ ਕੋਰਟਾਂ ਖੁੱਲੀਆਂ ਵੀ ਨੇ, ਜਿਵੇਂ ਕਿ ਕੈਲੀਫੋਰਨੀਆ ਦੀਆਂ ਲਾ ਲਓ ਤੁਸੀਂ, ਖੁੱਲੀਆਂ ਸਿਆਟਲ ਦੀ, ਐਰੀਜ਼ੋਨਾ ਦੀਆਂ, ਨਿਊ ਜਰਸੀ, ਸ਼ਿਕਾਗੋ, ਕਲੀਵਲੈਂਡ। ਤੇ ਇਹਨਾਂ ਦੇ ਵਿੱਚ ਜਿਹੜੀ ਜਨਰਲ ਪਾਲਿਸੀ ਹੈਗੀ ਆ ਉਹ ਇਹ ਹੈਗੀ ਆ ਕਿ ਜਿਹੜੀਆਂ ਮਾਸਟਰ ਹੀਅਰਿੰਗ ਡੇਟਾਂ ਨੇ ਉਹ ਇਹ ਪੋਸਟਪੋਨ ਕਰ ਰਹੇ ਆ, ਤੇ ਜਿਹੜੀਆਂ ਇੰਡੀਵਿਜੂਅਲ ਡੇਟਾਂ ਨੇ ਫਾਈਨਲ ਉਹ ਕਰ ਰਹੇ ਨੇ, ਪਰ ਮਤਲਬ ਅੱਗੇ ਨਾਲੋਂ ਘੱਟ ਜੀ, ਕਿ ਉਹ ਹਰੇਕ ਬੰਦੇ ਦੀ ਨਹੀਂ ਹੋ ਰਹੀ, ਉਹਨਾਂ ਵਿੱਚੋਂ ਕੁਛ ਦੀ ਹੋ ਰਹੀ ਆ ਤੇ ਕੁਛ ਨੂੰ ਐਡਜਰਨ ਕਰ ਰਹੇ ਆ। ਸੋ ਕਿਉਂਕਿ ਉਹ ਅਜੇ ਮਤਲਬ ਕੋਵਿਡ ਕਰਕੇ ਨਹੀਂ ਚਾਹੁੰਦੇ ਵੀ ਉੱਥੇ ਜਿਹੜੇ ਜ਼ਿਆਦਾ ਲੋਕ ਇਕੱਠੇ ਹੋਣ, ਕਿਉਂਕਿ ਕਲੋਜ਼ਡ ਐਟਮੋਸਫੀਅਰ ਆ ਇਮੀਗ੍ਰੇਸ਼ਨ ਕੋਰਟਾਂ ਦੇ ਬਾਹਰ। ਉਹ ਜਿਵੇਂ ਉਹ ਤਾਂ ਹੁੰਦਾ ਨਹੀਂ ਵੀ ਉੱਥੋਂ ਬਾਹਰੋਂ ਹਵਾ ਆਉਂਦੀ ਹੈ, ਤੇ ਉਹਦੇ ਕਰਕੇ ਜ਼ਿਆਦਾ ਦੇਰ ਉੱਥੇ ਬਹਿਣਾ ਉਹ ਸਮਝਦੇ ਆ ਵੀ ਨਹੀਂ ਹੈਗਾ ਸੇਫ। ਉਹਦੇ ਕਰਕੇ ਫਿਰ ਉਹ ਜਿਹੜੀਆਂ ਹੋ ਰਹੀਆਂ ਡੇਟਾ ਪੋਸਟਪੋਨ ਕਾਫੀ। ਦੂਸਰਾ ਇਹ ਆ ਕਿ ਜਿਹੜੀ ਇਮੀਗ੍ਰੇਸ਼ਨ ਸਰਵਿਸ ਆ ਉਹ ਵੀ ਉਹਦੇ ਜੂਨ ਤੋਂ ਹੀ ਖੁੱਲੀ ਆ, ਪਰ ਉਹਦੇ ਵਿੱਚ ਵੀ ਜਿਹੜੀਆਂ ਡੇਟਾ ਆ ਰਹੀਆਂ ਨੇ ਉਹ ਜ਼ਿਆਦਾ, ਜਿਵੇਂ ਸਿਟੀਜ਼ਨਸ਼ਿਪ ਵਗੈਰਾ ਦੀਆਂ ਡੇਟਾ ਨੇ ਉਹ ਅੱਗੇ ਨਾਲੋਂ ਘੱਟ ਆ ਰਹੀਆਂ, ਪਰ ਅੱਗੇ ਨਾਲੋਂ ਘੱਟ ਬੰਦਿਆਂ ਦੀਆਂ ਡੇਟਾ ਹੋ ਰਹੀਆਂ। ਹਾਂ, ਸਲੋ ਆ, ਕਿਉਂਕਿ ਮਤਲਬ ਕੋਵਿਡ ਕਰਕੇ ਜ਼ਿਆਦਾ ਬੰਦਿਆਂ ਨੂੰ ਇੰਟਰਵਿਊ ਨਹੀਂ ਕਰ ਰਹੇ। ਜੇ ਹੁਣ ਫਰਜ਼ ਕਰੋ ਅੱਗੇ 100 ਬੰਦਿਆਂ ਨੂੰ ਕਰਦੇ ਸੀ, ਹੁਣ 10 ਬੰਦਿਆਂ ਨੂੰ ਕਰਦੇ, ਇੰਨਾ ਫਰਕ ਹੈ। ਤੇ ਬਾਕੀ ਇਸ ਤੋਂ ਇਲਾਵਾ ਇੱਕ ਹੋਰ ਚੇਂਜ ਆ, ਖਾਸ ਕਰਕੇ ਕੈਲੀਫੋਰਨੀਆ 'ਚ, ਉਹ ਇਹ ਹੈਗੀ ਆ ਕਿ ਹੁਣ ਤੁਸੀਂ ਅਸਾਈਲਮ ਇੰਟਰਵਿਊਆਂ ਤੇ ਜਾਂ ਸਿਟੀਜ਼ਨਸ਼ਿਪ ਦੀਆਂ ਇੰਟਰਵਿਊਜ਼ ਤੇ ਆਪਣੇ ਇੰਟਰਪ੍ਰੈਟਰ ਨਹੀਂ ਲਿਜਾ ਸਕਦੇ। ਇੰਟਰਪ੍ਰੈਟਰ ਬੰਦ ਕਰਦੇ ਇਹਨਾਂ ਨੇ। ਅੱਛਾ ਜੀ। ਇੰਟਰਪ੍ਰੈਟਰ ਉਹ ਆਪ ਪ੍ਰੋਵਾਈਡ ਕਰਦੇ ਆ, ਜਿਹੜਾ ਫੋਨ ਤੇ ਹੁੰਦਾ, ਤਾਂ ਇਸ ਕਰਕੇ ਉੱਥੇ ਸਿਰਫ ਵਕੀਲ ਨਾਲ ਜਾ ਸਕਦਾ। ਇੰਟਰਪ੍ਰੈਟਰ ਜਿਹੜਾ ਸੀਗਾ ਅੱਗੇ ਸਿਸਟਮ, ਉਹ ਇਹਨਾਂ ਨੇ ਡਿਸਕੰਟੀਨਿਊ ਕਰਤਾ। ਠੀਕ ਹੈ। ਤੇ ਇਹ ਤਾਂ ਸ਼ੁਰੂ ਤੋਂ ਇੰਟਰਪ੍ਰੈਟਰ ਜਿਹੜਾ ਹੁੰਦਾ ਸੀ ਆਪਣੇ ਨਾਲ ਹਮੇਸ਼ਾ ਹੀ ਸੀ, ਪਰ ਇਹਨਾਂ ਨੇ ਹੁਣ ਬੰਦ ਕਰਤਾ। ਹੁਣ ਇੰਟਰਪ੍ਰੈਟਰ ਨਹੀਂ ਜਾਂਦੇ। ਖਾਸ ਰੀਜ਼ਨ ਕੋਵਿਡ ਕਰਕੇ ਕੀਤਾ ਵੈਸੇ ਤਾਂ, ਵੀ ਉੱਥੇ ਜ਼ਿਆਦਾ ਬੰਦਿਆਂ ਦਾ ਅੰਦਰ ਜਿਹੜਾ ਬਹਿਣਾ, ਕਿਉਂਕਿ ਫੋਨ ਤੇ ਬੁਲਾਉਂਦੇ ਹੁੰਦੇ ਮੋਨੀਟਰ, ਉਹੀ ਇੰਟਰਪ੍ਰੈਟ ਕਰਦਾ। ਪਰ ਜੇ ਉਹ ਸਿਸਟਮ ਇਹਨਾਂ ਨੂੰ ਠੀਕ ਲੱਗਿਆ ਤਾਂ ਗਾਂਹ ਵਾਸਤੇ ਵੀ ਕੰਟੀਨਿਊ ਕਰਨਗੇ, ਕਿਉਂਕਿ ਇੱਕ ਤਾਂ ਇਹਨਾਂ ਨੂੰ ਇਹ ਲੱਗਦਾ ਵੀ ਜਿਹੜਾ ਇਹਨਾਂ ਦਾ ਇੰਟਰਪ੍ਰੈਟਰ ਹੋਊਗਾ ਪ੍ਰੋਪਰ ਇੰਟਰਪ੍ਰੈਟ ਕਰੂਗਾ, ਵੀ ਉਹਨਾਂ ਦੀ ਹੈਲਪ ਨਹੀਂ ਕਰੂਗਾ ਐਪਲੀਕੈਂਟਸ ਦੀ। ਬਿਲਕੁਲ। ਦੂਸਰਾ ਜਿਹੜਾ ਹੁਣ ਕੋਵਿਡ ਰਿਲੇਟਡ ਤਾਂ ਉਹਨਾਂ ਦਾ ਹੈ ਹੀ, ਵੀ ਜਿਹੜੇ ਇੰਟਰਪ੍ਰੈਟਰ ਨਾਲ ਜਿੰਨੇ ਘੱਟ ਬੰਦੇ ਜਾਣ ਉਹਨਾਂ ਚੰਗਾ। ਸੋ ਜਿਹੜੇ ਇੰਟਰਪ੍ਰੈਟਰ ਨੇ ਉਹ ਇਹਨਾਂ ਨੇ ਹੁਣ ਬੰਦ ਕੀਤੇ ਹੋਏ ਆ। ਤੇ ਇਹਦੇ ਬਾਰੇ ਕੀ ਖਿਆਲ ਆ, ਵਕੀਲ ਜਾ ਸਕਦੇ ਨਾਲ ਕਿ ਨਹੀਂ? ਵਕੀਲ ਤਾਂ ਜਾਂਦੇ, ਵਕੀਲ ਜਾ ਸਕਦੇ ਆ, ਸਿਰਫ ਇੰਟਰਪ੍ਰੈਟਰ ਨਹੀਂ ਜਾ ਸਕਦੇ ਜਾਂ ਕੋਈ ਏਜੰਟ ਨਹੀਂ ਜਾ ਸਕਦੇ। ਵਕੀਲ ਜਾਣਾ ਤਾਂ ਉਹਦਾ ਰਾਈਟ ਹੈ ਕਲਾਇੰਟ ਦਾ, ਵਕੀਲ ਤਾਂ ਹਰ ਥਾਂ ਹੀ ਜਾਂਦੇ ਆ। ਪਰ ਜਿਹੜਾ ਨਾਲ ਇੱਕ ਤੀਜਾ ਇੰਟਰਪ੍ਰੈਟਰ ਜਾਂਦਾ ਸੀ, ਠੀਕ ਹੈ ਨਾ, ਜਿਹੜਾ ਕਿ ਟਰਾਂਸਲੇਟ ਕਰਦਾ ਸੀ ਪੰਜਾਬੀ ਟੂ ਇੰਗਲਿਸ਼ ਦਾ, ਜਿਹੜੀ ਵੀ ਲੈਂਗੁਏਜ ਆ, ਉਹ ਇਹਨਾਂ ਨੇ ਹੁਣ ਜਿਹੜੇ ਇੰਟਰਪ੍ਰੈਟਰ ਹੈਗੇ ਆ ਉਹ ਬੰਦ ਕਰਤੇ ਆ, ਤੇ ਹੁਣ ਉਹ ਆਪ ਹੀ ਪ੍ਰੋਵਾਈਡ ਕਰਦੇ ਆ ਇੰਟਰਪ੍ਰੈਟਰ। ਕੱਲੀ ਪੋਲੀਟੀਕਲ ਅਸਾਈਲਮ 'ਚ ਇਹਨਾਂ ਨੇ ਕੀਤਾ? ਨਹੀਂ, ਸਿਟੀਜ਼ਨਸ਼ਿਪ ਦੇ ਕੇਸਾਂ 'ਚ ਵੀ, ਸਿਟੀਜ਼ਨਸ਼ਿਪ ਦੇ ਉਹਨਾਂ 'ਚ ਵੀ ਆ, ਤੇ ਜਿਹੜਾ ਹੈਗਾ ਇਹਦੇ 'ਚ ਵੀ ਹੈਗਾ, ਅਸਾਈਲਮ 'ਚ ਵੀ। ਜੀ। ਤੇ ਉਸ ਤੋਂ ਬਾਅਦ ਹੋਰ ਕੋਈ ਅਪਡੇਟ ਹੋਈ ਹੋਵੇ ਜਿਹੜੀ ਖਾਸ? ਨਹੀਂ, ਕਿਉਂਕਿ ਇਸ ਤੋਂ ਬਾਅਦ ਆਪਾਂ ਸਵਾਲਾਂ ਦਾ ਆਪਾਂ ਸਵਾਲ ਸ਼ੁਰੂ ਕਰ ਲਈ, ਉਹਦੇ ਵਿੱਚ ਵੀ ਆਪਾਂ ਦਿੰਦੇ ਰਹਾਂਗੇ। ਇੱਕ ਤਾਂ ਹੈਗਾ ਜੀ, ਲੇਡੀ ਹੈ ਕੋਈ, ਉਹਨਾਂ ਨੇ ਸਵਾਲ ਕੀਤਾ ਕਿ ਜੂਨ 2020 'ਚ ਸਿਟੀਜ਼ਨ ਐਪਲੀਕੇਸ਼ਨ ਉਹਨਾਂ ਨੇ ਅਪਲਾਈ ਕੀਤੀ ਸੀ ਤੇ ਫਿੰਗਰਪ੍ਰਿੰਟ ਹਾਲੇ ਤੱਕ ਨਹੀਂ ਆਏ। ਦੇਖੋ, ਜਿਹੜੇ ਫਿੰਗਰਪ੍ਰਿੰਟ ਹੈਗੇ ਆ, ਉਹ ਜਦੋਂ ਕੋਵਿਡ ਕਰਕੇ ਇਮੀਗ੍ਰੇਸ਼ਨ ਬੰਦ ਹੋਈ ਆ, ਜਿਹੜੇ ਫਿੰਗਰਪ੍ਰਿੰਟ ਦੇ ਸੈਂਟਰ ਆ ਉਹ ਵੀ ਸਾਰੇ ਬੰਦ ਹੋ ਗਏ ਸੀ। ਉਹ ਇਹਨਾਂ ਨੇ ਅਜੇ ਮਹੀਨਾ ਡੇਢ ਮਹੀਨਾ ਪਹਿਲਾਂ ਹੀ ਖੋਲ੍ਹੇ ਆ, ਤੇ ਉਹਦੇ 'ਚ ਹੁਣ ਫਿੰਗਰਪ੍ਰਿੰਟ ਸਾਰਿਆਂ ਦੇ ਆਉਣੇ ਸ਼ੁਰੂ ਹੋਏ ਆ, ਚਾਹੇ ਪੋਲੀਟੀਕਲ ਅਸਾਈਲਮ ਦੇ ਕੇਸ ਆ ਉਹਨਾਂ ਦੇ ਫਿੰਗਰਪ੍ਰਿੰਟ, ਚਾਹੇ ਵਰਕ ਪਰਮਿਟ ਵਾਲਿਆਂ ਦੇ ਵੀ ਇਹਨਾਂ ਨੇ ਹੁਣ ਲਾਜ਼ਮੀ ਕਰਤੇ ਫਿੰਗਰਪ੍ਰਿੰਟ। ਤੇ ਉਹਦੇ ਨਾਲ ਜਿਹੜੇ N400 ਸਿਟੀਜ਼ਨਸ਼ਿਪ ਦੇ ਕੇਸ ਆ, ਉਹਦੇ ਵੀ ਫਿੰਗਰਪ੍ਰਿੰਟ ਗ੍ਰੀਨ ਕਾਰਡ ਦੇ ਆ ਰਹੇ ਆ ਹੁਣ। ਸੋ ਆਉਣਗੇ, ਸੋ ਉਹਨਾਂ ਨੂੰ ਕੋਈ ਵੇਟ ਕਰਨ, ਜਾਂ ਆਪਣਾ ਐਡਰੈਸ ਵਗੈਰਾ ਉੱਥੇ ਦੇਖਣ ਵੀ ਸਹੀ ਆ ਤੁਹਾਡਾ। ਤੇ ਕਈ ਵਾਰੀ ਇਹ ਹੁੰਦਾ ਵੀ ਐਡਰੈਸ ਤੇ ਚਿੱਠੀ ਨਹੀਂ ਮਿਲਦੀ ਜਾਂ ਕਿਵੇਂ, ਤਾਂ ਉਹਨੂੰ ਫੋਨ ਵੀ ਕਰ ਸਕਦੇ ਆ। ਤੇ ਪਰ ਇੰਟਰਵਿਊਜ਼ ਵੀ ਜਿਹੜੀਆਂ ਸਿਟੀਜ਼ਨ ਦੀਆਂ ਨੇ ਉਹ ਘੱਟ ਆ ਰਹੀਆਂ, ਅੱਗੇ ਨਾਲੋਂ ਆ ਰਹੀਆਂ। ਇਹ ਨਹੀਂ ਆ ਵੀ ਨਹੀਂ ਹੋ ਰਹੀਆਂ। ਮੈਂ ਆਪ ਜਿਹੜੀਆਂ ਕੁਛ ਇੰਟਰਵਿਊ ਖੁਦ ਕਰਾਈਆਂ ਨੇ ਪਿਛਲੇ ਦਿਨਾਂ 'ਚ, ਪਰ ਜੇ ਹੁਣ 100 ਕੇਸ ਅਪਲਾਈ ਕੀਤਾ ਉਹ 'ਚ ਸਿਰਫ 10-12 ਦੀਆਂ ਆ ਰਹੀਆਂ, ਬਾਕੀ ਨਹੀਂ ਆ ਰਹੀਆਂ। ਸੋ ਇੰਟਰਵਿਊ ਡਿਲੇ ਆ। ਲੇਕਿਨ ਇੱਕ ਗੱਲ ਮੈਂ ਟ੍ਰੈਂਡ ਦੇਖਿਆ, ਹੁਣ ਜਿਹਨੂੰ ਇੰਟਰਵਿਊ ਜਦੋਂ ਮਤਲਬ ਕਰਦੇ ਆ, ਜੇ ਉਹ ਪਾਸ ਹੋ ਗਿਆ ਤਾਂ ਸਰਟੀਫਿਕੇਟ ਉੱਥੇ ਫੜਾਉਂਦੇ ਹੱਥ 'ਚ।
ਅੱਛਾ ਜੀ, ਉਦੋਂ ਹੀ ਅੱਗੇ ਵੀ ਗੈਦਰਿੰਗ ਨਹੀਂ ਕਰਨੀ। ਹਾਂ, ਗੈਦਰਿੰਗ ਨਹੀਂ ਕਰਨੀ ਤਾਂ ਸਰਟੀਫਿਕੇਟ ਉੱਥੇ ਹੀ ਦੇ ਦਿੰਦੇ ਉਦੋਂ ਹੀ। ਰਾਈਟ। ਤੇ ਇਹ ਜ਼ਰੂਰ ਇੱਕ ਜਿਹੜੀ ਪੋਜ਼ਿਟਿਵ ਚੇਂਜ ਹੈਗੀ ਆ। ਤੇ ਪਰ ਇਹ ਆ ਕਿ ਕਿਉਂਕਿ ਮੈਂ ਇੱਕ ਕਲਾਇੰਟ ਨਾਲ ਗਿਆ ਸੀਗਾ, ਹਫ਼ਤਾ ਹੋ ਗਿਆ, ਡੇਟ ਸੀ ਸਿਟੀਜ਼ਨਸ਼ਿਪ ਦੀ, ਤੇ ਉਹਨੂੰ ਇੰਗਲਿਸ਼ ਨਹੀਂ ਸੀ ਆਉਂਦੀ। ਉਹਨੇ ਡਾਕਟਰ ਤੋਂ ਆਪਣੇ ਤੋਂ ਲਿਖਾਇਆ ਸੀ N648। ਜੇ ਡਾਕਟਰ ਲਿਖ ਦੇਵੇ ਤਾਂ ਉਹਦੇ ਨਾਲ ਕੀ ਹੁੰਦਾ ਵੀ ਜਿਹੜਾ ਟੈਸਟ ਮਾਫ ਹੋ ਜਾਂਦਾ ਇੰਗਲਿਸ਼ ਦਾ। ਠੀਕ ਹੈ। ਉਹ ਇੰਗਲਿਸ਼ ਦਾ ਟੈਸਟ ਨਹੀਂ ਦੇਣਾ ਪੈਂਦਾ ਜੀ। ਤੇ ਉਹ ਅਸੀਂ ਗਏ ਤੇ ਉਹਨਾਂ ਨੇ ਮਤਲਬ ਉੱਥੇ ਇੰਟਰਪ੍ਰੈਟਰ ਨਹੀਂ ਜਾਣ ਦਿੱਤਾ। ਹਾਲਾਂਕਿ ਜਦੋਂ ਬੰਦਾ ਮੈਡੀਕਲ ਸਰਟੀਫਿਕੇਟ ਨਾਲ ਲੈ ਕੇ ਜਾਂਦਾ ਡਾਕਟਰ ਦਾ, ਇੰਟਰਪ੍ਰੈਟਰ ਅਲਾਉਡ ਹੁੰਦਾ ਜੀ। ਤੇ ਉਹਨਾਂ ਨੇ ਇੰਟਰਪ੍ਰੈਟਰ ਆਪਣਾ ਹੀ ਬੁਲਾਇਆ ਤੇ ਉਹ ਮੈਡੀਕਲ ਦਾ ਐਕਸੈਪਟ ਕਰ ਲਿਆ। ਉਸ ਤੋਂ ਬਾਅਦ ਉਹਦਾ ਜਿਹੜਾ ਸੀ ਬੜੀ ਛੇਤੀ ਉਹਦੀ ਇੰਟਰਵਿਊ ਜਿਹੜੀ ਉਹ ਕਰਕੇ ਉਹਨੂੰ ਪਾਸ ਕਰਤਾ ਜੀ। ਤੇ ਉਸ ਤੋਂ ਬਾਅਦ ਉਹਨਾਂ ਨੇ ਫਿਰ ਜਿਹੜੀ ਸਹੁੰ ਉਹ ਕਹਿੰਦੇ ਵੀ ਤੁਹਾਨੂੰ ਅਸੀਂ ਹੁਣੇ ਹੀ ਜਿਹੜਾ ਸਰਟੀਫਿਕੇਟ ਦੇ ਦੇਣਾ। ਉੱਥੇ ਸਹੁੰ ਚੁਕਾਤੀ ਇੰਟਰਵਿਊ ਤੋਂ ਬਾਅਦ, ਸਿਟੀਜ਼ਨ ਦੀ ਬਾਹਰ ਬੈਠੋ ਤੇ 15-20 ਮਿੰਟ ਲੱਗੇ, ਉਹਨੇ ਸਰਟੀਫਿਕੇਟ ਲਿਆ ਕੇ ਦੇਤਾ ਤੇ ਕਹਿਤਾ ਵੀ ਹੈਵ ਅ ਨਾਈਸ ਡੇ। ਤੇ ਉਹਦੇ ਨਾਲ ਇਹ ਆ ਵੀ ਉਹ ਵੀ ਇੱਕ ਬੜੀ ਪੋਜ਼ਿਟਿਵ ਗੱਲ ਆ ਵੀ ਉਸੇ ਦਿਨ ਹੀ ਸਾਰਾ ਕੁਝ ਨਿਬੜ ਗਿਆ, ਟਾਈਮ ਨਹੀਂ ਲੱਗਿਆ, ਬਹੁਤ ਫਾਸਟ ਕਰਦੇ ਆ। ਠੀਕ ਹੈ। ਤੇ ਇਹ ਇੱਕ ਪੋਜ਼ਿਟਿਵ ਗੱਲ ਹੈਗੀ, ਚੰਗੀ ਗੱਲ ਆ, ਕਿਉਂਕਿ ਇੰਨਾ ਟਾਈਮ ਨਹੀਂ ਲੱਗਦਾ ਉੱਥੇ ਹੁਣ ਜ਼ਿਆਦਾ, ਕਿਉਂਕਿ ਹੁਣ ਹੈ ਤਾਂ ਕੋਵਿਡ ਰਿਲੇਟਡ ਹੀ ਆ। ਉਹ ਨਹੀਂ ਚਾਹੁੰਦੇ ਵੀ ਜ਼ਿਆਦਾ ਬੰਦਾ ਉੱਥੇ ਵੇਟ ਕਰੇ ਜੀ, ਕਿਉਂਕਿ ਉਹ ਬੰਦੇ ਦੀ ਆਪਣੀ ਹੈਲਥ ਵਾਸਤੇ ਵੀ ਠੀਕ ਨਹੀਂ ਤੇ ਜਿਹੜੇ ਅਫਸਰ ਨੇ ਉਹਨਾਂ ਲਈ ਵੀ। ਪਰ ਉਹਦਾ ਫਾਇਦਾ ਇਹ ਆ ਕਿ ਫਾਸਟ ਹੈ ਉੱਥੇ, ਇਹ ਨਹੀਂ ਵੀ ਤੁਸੀਂ ਜਾ ਕੇ 3 ਘੰਟੇ ਬੈਠੇ ਰਹਿਣਾ, ਇਦਾਂ ਦੀ ਕੋਈ ਗੱਲ ਨਹੀਂ। ਸੋ ਇੱਕ ਚੇਂਜ ਮਤਲਬ ਅਪਾਇੰਟਮੈਂਟ ਤੇ ਕੰਮ ਹੁੰਦਾ ਸਰ, ਅਪਾਇੰਟਮੈਂਟ ਤੇ ਹੁੰਦਾ, ਅੰਦਰ ਜਾ ਕੇ ਤੇਜ਼ ਹੁੰਦਾ। ਤੇ ਜਿਵੇਂ ਹੁਣ ਤੁਸੀਂ ਦੱਸਿਆ ਕਿ ਜਿਹੜੇ ਬਜ਼ੁਰਗ ਜਾਂ ਕੋਈ ਬਿਮਾਰ ਆ ਤੇ ਤੁਸੀਂ ਉਹਦੀ ਵੀ ਹੈਲਪ ਕਰਦੇ ਹੋ, ਇੱਕ ਪ੍ਰੋਸੀਜਰ ਹੈਗਾ ਇਹ? ਹਾਂਜੀ, ਇਹ ਤਾਂ ਬਹੁਤ ਕਰਦੇ ਆ। ਅਸੀਂ ਤਾਂ ਪਿਛਲੇ ਮੇਰਾ ਖਿਆਲ ਆ 7-8 ਸਾਲਾਂ 'ਚ ਕੈਲੀਫੋਰਨੀਆ ਦੇ ਵਿੱਚ ਜੇ ਐਵਰੇਜ ਵੀ ਲਾਈਏ ਤਾਂ 400-450 ਬੰਦੇ ਨੂੰ ਇਦਾਂ ਦੀ ਜਿਹੜੇ ਕੇਸਾਂ ਦੀ ਸਿਟੀਜ਼ਨਸ਼ਿਪ ਦਵਾਈ ਆ ਜੀ, ਜਿਨ੍ਹਾਂ ਨੂੰ ਇੰਗਲਿਸ਼ ਆਉਂਦੀ ਨਹੀਂ, ਜਿਨ੍ਹਾਂ ਨੂੰ ਕਿ ਇੰਗਲਿਸ਼ ਬਿਲਕੁਲ ਨਹੀਂ ਸੀ ਆਉਂਦੀ ਜੀ। ਤੇ ਉਹਦਾ ਜਿਹੜਾ ਤਰੀਕਾ ਹੈਗਾ, ਲੀਗਲ ਤਰੀਕਾ ਇਹ, ਤੇ ਉਹ ਬੇਸਿਕਲੀ ਇਹ ਹੈਗਾ ਕਿ ਅਸੀਂ ਤਾਂ ਇਹਨਾਂ ਦਿਨਾਂ 'ਚ ਵੀ ਜਦੋਂ ਤੋਂ ਖੁੱਲੀ ਆ ਇਮੀਗ੍ਰੇਸ਼ਨ, ਇਹ ਮੇਰਾ 8ਵਾਂ ਕੇਸ ਸੀ, 8 ਬੰਦਿਆਂ ਨੂੰ ਹੁਣ ਦਵਾਇਆ। ਤੇ ਕੋਵਿਡ ਸ਼ੁਰੂ ਹੋਣ ਤੋਂ ਪਹਿਲਾਂ ਤਕਰੀਬਨ ਜਿਹੜਾ ਪਿਛਲਾ ਸਾਲ ਲੰਘਿਆ 19 ਵਾਲਾ, ਉਹਦੇ ਵਿੱਚ 80-85 ਬੰਦਿਆਂ ਨੂੰ ਸਿਟੀਜ਼ਨਸ਼ਿਪ ਮਿਲੀ ਆ ਅੱਡ-ਅੱਡ ਆਫਿਸਿਸ ਦੇ ਵਿੱਚ, ਜਿਵੇਂ ਸੈਕਰਾਮੈਂਟੋ ਵਾਲੇ, ਫ੍ਰਿਜ਼ਨੋ, ਸੈਨ ਫਰਾਂਸਿਸਕੋ। ਇਹ ਬੇਸਿਕਲੀ ਇਹ ਆ ਕਿ ਜੇ ਉਹ ਬੰਦਾ ਜਿਹੜਾ ਹੈਗਾ ਜਿਹਨੂੰ ਕੋਈ ਮੈਡੀਕਲ ਪ੍ਰੋਬਲਮ ਆ ਤੇ ਉਹ ਆਪਣੇ ਡਾਕਟਰ ਕੋਲੋਂ ਜਿਹੜਾ ਫਾਰਮ N648 ਹੁੰਦਾ ਇੱਕ ਜੀ, ਉਹ ਫਾਰਮ ਭਰਾਵੇ ਤੇ ਡਾਕਟਰ ਦੱਸੇ ਵੀ ਇਸ ਪ੍ਰੋਬਲਮ ਕਰਕੇ ਵੀ ਇਹਨੂੰ ਕੀ ਮਤਲਬ ਦਿੱਕਤ ਹੈਗੀ ਹੈ ਇੰਗਲਿਸ਼ ਸਿੱਖਣ ਦੇ ਵਿੱਚ, ਉਹ ਨਹੀਂ ਸਿੱਖ ਸਕਦਾ, ਵੀ ਜਿਹੜੀ ਇਹ ਬਿਮਾਰੀ ਆ ਇਹ ਉਹਦੀ ਜਿਹੜੀ ਇੰਗਲਿਸ਼ ਸਿੱਖਣ ਦੀ ਸਮਰੱਥਾ ਜਾਂ ਕਹਿ ਲਓ ਪੜ੍ਹਨ ਦੀ ਆ ਜਾਂ ਜਾ ਕੇ ਕਿਤੇ ਕੋਚਿੰਗ ਲੈਣ ਦੀ ਹੈਗੀ ਇੰਗਲਿਸ਼ ਲਈ, ਵੀ ਉਹ ਨਹੀਂ ਕਰ ਸਕਦਾ ਇਹ, ਤੇ ਉਹਨੂੰ ਬਿਮਾਰੀ ਪ੍ਰੀਵੈਂਟ ਕਰਦੀ ਆ। ਉਹਦੇ ਕਰਕੇ ਉਹ ਟੈਸਟ ਮਾਫ ਹੋ ਜਾਂਦਾ, ਫਿਰ ਸਟੇ ਦੇਖਦੇ ਆ 5 ਸਾਲ ਦੀ। ਇਹ ਜਿਹੜੇ ਇਹਦਾ ਜਿਹੜਾ ਸਿਟੀਜ਼ਨਸ਼ਿਪ ਦਾ ਰੂਲ ਆ ਵੀ ਜਦੋਂ ਤੁਸੀਂ ਅਪਲਾਈ ਕੀਤੀ ਹੈ ਸਿਟੀਜ਼ਨਸ਼ਿਪ ਜਿਹੜੀ ਡੇਟ ਤੋਂ, ਉਦੋਂ ਜਿਹੜੇ ਪਿਛਲੇ 5 ਸਾਲ ਆ ਉਹਨਾਂ ਵਿੱਚ ਅੱਧਾ ਟਾਈਮ ਇੱਥੇ ਰਹਿਣਾ ਅਮਰੀਕਾ 'ਚ ਜੀ। ਜਿਹੜਾ ਅੱਧਾ ਟਾਈਮ ਰਹਿਣਾ ਹੈ ਉਹਦੇ ਵਿੱਚ ਵੀ ਆ ਵੀ 6 ਮਹੀਨੇ ਤੋਂ ਬਾਅਦ ਤੁਸੀਂ ਬਾਹਰ ਨਹੀਂ ਰਹਿ ਸਕਦੇ ਜੀ ਇੱਕ ਵਾਰੀ, ਜਿਵੇਂ ਅੱਡ-ਅੱਡ ਥਾਂ ਤੇ ਕਰ ਸਕਦੇ ਵੀ 3 ਮਹੀਨੇ ਜਾਏ ਆ ਗਏ, ਫਿਰ 3 ਜਾਏ, ਪਰ ਲਗਾਤਾਰ 6 ਤੋਂ ਵੱਧ ਨਹੀਂ। ਠੀਕ ਹੈ। ਤੇ ਉਹ ਜੇ ਤੁਹਾਡੇ ਜਿਹੜੀਆਂ ਸ਼ਰਤਾਂ ਪੂਰੀਆਂ ਨੇ, ਕੋਈ ਕ੍ਰਿਮੀਨਲ ਰੈਕਡ ਨਹੀਂ ਹੈਗਾ, ਤੇ ਉਹਦੀ ਬੇਸ ਤੇ ਤੁਹਾਨੂੰ ਫਿਰ ਉਹ ਜਿਹੜੀ ਸਿਟੀਜ਼ਨਸ਼ਿਪ ਦੇ ਦਿੰਦੇ ਆ ਜੀ ਜੀ ਜੀ। ਤੇ ਉਹ ਟੈਸਟ ਨਹੀਂ ਹੁੰਦਾ, ਸੋ ਇਸ ਕਰਕੇ ਡਾਕਟਰ ਤੋਂ ਲਿਖਾ ਕੇ ਜੇ ਕਰ ਲਓ ਤਾਂ ਉਹ ਇੱਕ ਲੀਗਲ, ਉਹਦੀ ਤੁਸੀਂ ਬੜੇ ਵਧੀਆ ਤਰੀਕੇ ਨਾਲ ਹੈਲਪ ਕਰ ਸਕਦੇ ਹੋ। ਉਹਦੇ 'ਚ ਕੋਈ ਉਹਨਾਂ ਨੂੰ ਇੰਗਲਿਸ਼ ਬੋਲਣ ਦੀ ਲੋੜ ਨਹੀਂ ਤੇ ਕੋਈ ਹੋਰ ਬੋਦਰੇਸ਼ਨ ਉਹਨਾਂ ਨੂੰ ਨਹੀਂ ਹੁੰਦੀ। ਅਗਲਾ ਸਵਾਲ ਸਾਡਾ ਹੈਗਾ ਜੀ, ਅਸੀਂ ਕਹਿੰਦੇ 5 ਮਹੀਨੇ ਹੋ ਗਏ ਜੀ ਵਰਕ ਪਰਮਿਟ ਅਪਲਾਈ ਕੀਤੇ ਨੂੰ, ਹਾਲੇ ਤੱਕ ਆਇਆ ਨਹੀਂ। ਰੰਧਾਵਾ ਸਾਹਿਬ, ਇਸ ਤਰ੍ਹਾਂ ਹੈਗਾ ਕਿ ਜਦੋਂ ਜਿਵੇਂ ਆਪਾਂ ਗੱਲ ਅਕਸਰ ਕਰਦੇ ਹਾਂ, ਜਿਹੜੀ ਟਰੰਪ ਸਾਹਿਬ ਦੀ ਐਡਮਿਨਿਸਟ੍ਰੇਸ਼ਨ ਆ ਜੀ, ਇਹਨੇ ਜਿੰਨੀਆਂ ਵੀ ਇਮੀਗ੍ਰੇਸ਼ਨ ਦੀਆਂ ਕੈਟਾਗਰੀਜ਼ ਨੇ ਉਹ ਸਾਰਿਆਂ ਦੇ ਉੱਤੇ ਸਖਤੀ ਕੀਤੀ ਹੈ। ਤੇ ਇਹਨਾਂ ਦਾ ਜਿਹੜੇ ਬੰਦਿਆਂ ਨੂੰ ਜਿਹੜੇ ਪੋਲੀਟੀਕਲ ਅਸਾਈਲਮ ਵਾਲੇ ਬੰਦੇ ਨੇ ਜਿਹੜੇ ਅਪਲਾਈ ਕੀਤੇ ਆ ਕੇਸ ਜਾਂ ਵਰਕ ਪਰਮਿਟ ਨੇ, ਉਹਨਾਂ ਤੇ ਗੁੱਸਾ ਸਭ ਤੋਂ ਜ਼ਿਆਦਾ ਗਿਰਿਆ। ਓਕੇ। ਕਿਉਂਕਿ ਇਹ ਜਿਹੜੀ ਐਡਮਿਨਿਸਟ੍ਰੇਸ਼ਨ ਇਹ ਸੋਚਦੀ ਆ ਵੀ ਇਹ ਇੱਕ ਚੋਰ ਮੋਰੀ ਆ ਜਿਹਦੇ ਰਾਹੀਂ ਬੰਦੇ ਇੱਥੇ ਆ ਕੇ ਪੱਕੇ ਹੁੰਦੇ ਆ, ਤੇ ਜਿਵੇਂ ਕਿਵੇਂ ਆ ਇਹਨੂੰ ਰਿਸਟ੍ਰਿਕਟ ਕੀਤਾ ਜਾਵੇ, ਬੰਦ ਕਰ ਨਹੀਂ ਸਕਦੇ, ਕਿਉਂਕਿ ਜਿਹੜੀ US ਕਾਂਗਰਸ ਆ ਉਹਨੇ ਲਾਅ ਬਣਾਇਆ ਹੋਇਆ ਜੀ। ਉਹਦੇ ਵਿੱਚ ਇਹਨਾਂ ਨੇ ਜਿਵੇਂ ਹੁਣ ਜਿੰਨੀਆਂ ਵੀ ਪਿੱਛੇ ਚੇਂਜਸ ਕੀਤੀਆਂ ਨੇ, ਉਹ ਸਾਰੀਆਂ ਜਿਹੜੀਆਂ ਨੇ ਉਹਨਾਂ ਵਿੱਚੋਂ ਜਿਹੜੀ ਮੈਜੋਰਟੀ ਨੇ ਉਹ ਅਸਾਈਲਮ ਨਾਲ ਹੀ ਰਿਲੇਟਡ ਨੇ ਜੀ। ਜਿਵੇਂ ਜਿਹੜੀ ਹੁਣ ਮੈਕਸੀਕੋ ਦੇ ਆਲੇ ਜਿਹੜੀ ਕੰਧ ਬਣਾਉਣੀ, ਉਹਦਾ ਮਤਲਬ ਇਹ ਹੈ ਵੀ ਬੰਦੇ ਆ ਕੇ ਅਸਾਈਲਮ ਕਰਦੇ ਸੀਗੇ ਜੀ ਜੀ। ਜਦੋਂ ਬੰਦਾ ਬਾਰਡਰ ਟੱਪ ਕੇ ਆਉਂਦਾ, ਜੇਲ੍ਹ 'ਚ ਫੜਿਆ ਜਾਂਦਾ, ਇਮੀਗ੍ਰੇਸ਼ਨ ਕੈਂਪ ਜਿਹਨੂੰ ਕਹਿੰਦੇ ਆ, ਉੱਥੇ ਕ੍ਰੈਡੀਬਲ ਫੀਅਰ ਇੰਟਰਵਿਊ 'ਚੋਂ ਫੇਲ ਕਰਨਾ, ਉਦੋਂ ਬਾਅਦ ਡਿਪੋਰਟ ਕਰਨਾ, ਉਹਨੂੰ ਬੌਂਡ ਨਾ ਹੋਣਾ, ਜੇਲ੍ਹ ਦੇ ਵਿੱਚ ਹੀ ਰੱਖਣਾ ਜੀ। ਇਹ ਇੱਥੋਂ ਤੱਕ ਹੈ ਰੰਧਾਵਾ ਸਾਹਿਬ ਵੀ ਅਸੀਂ ਇੱਕ ਬੰਦੇ ਦਾ ਕੇਸ ਜਿਹੜਾ ਹੈਗਾ ਪਾਸ ਕਰਾਇਆ ਜੇਲ੍ਹ 'ਚ, ਉਹ 2 ਸਾਲ ਜੇਲ੍ਹ 'ਚ ਰਿਹਾ, ਅਪੀਲ 'ਚੋਂ ਅਸੀਂ ਜਿੱਤਿਆ। ਓਕੇ। ਤੇ ਉਹ ਬੰਦਾ ਵਿਸਕਾਂਸਨ ਸਟੇਟ ਰਹਿੰਦਾ ਤੇ ਸੀਗਾ ਉਹ ਲੂਜ਼ੀਆਨਾ 'ਚ, ਉਹ ਅਪੀਲ 'ਚ ਜਿੱਤ ਕੇ ਆਏ, ਇਮੀਗ੍ਰੇਸ਼ਨ ਜੱਜ ਕੋਲ ਵਾਪਸ ਆ ਗਿਆ, ਇਮੀਗ੍ਰੇਸ਼ਨ ਜੱਜ ਨੇ ਫੇਰ ਵਾਪਸ ਭੇਜਤਾ ਜੀ। ਫਿਰ ਅਸੀਂ ਅਪੀਲ ਜਿੱਤਿਆ, ਜਦੋਂ ਸੈਕੰਡ ਟਾਈਮ ਆਇਆ ਉਦੋਂ ਮੈਂ ਬਹਿਸ ਕੀਤੀ
ਤੇ ਮੈਂ ਕਿਹਾ ਵੀ ਇਹ ਹੁਣ 2 ਵਾਰੀ ਤਾਂ ਹੋ ਗਿਆ, ਬੰਦੇ ਨੂੰ 2 ਸਾਲ ਜੇਲ੍ਹ 'ਚ ਹੋ ਗਿਆ। ਜੀ ਉਹ ਜੇਲ੍ਹ ਦੇ ਵਿੱਚ ਕੋਵਿਡ ਵੀ ਹੋ ਹਟਿਆ, ਉਹਨੂੰ ਫਿਰ ਵੀ ਨਹੀਂ ਕੱਢਿਆ ਕਿਸੇ ਨੇ ਬਾਹਰ। ਤੇ ਮੈਂ ਕਿਹਾ ਵੀ ਇਹ ਤਾਂ ਹੁਣ ਬੜਾ ਜ਼ੁਲਮ ਹੈ ਬੰਦੇ ਨਾਲ, ਜਦੋਂ ਹੁਣ ਤੁਸੀਂ ਕਿਉਂ ਨਹੀਂ ਕਰਦੇ। ਉਹ ਜੱਜ ਨੇ ਜੀ ਆਰਗੂਮੈਂਟ ਸੁਣ ਕੇ ਪਾਸ ਕਰਤਾ ਕੇਸ ਅੰਦਰ ਹੀ ਜੀ। ਜਦੋਂ ਪਾਸ ਹੋ ਗਿਆ ਤੇ ਜਿਹੜਾ ਸਰਕਾਰੀ ਵਕੀਲ ਸੀਗਾ ਉਹਨੇ ਕਿਹਾ ਮੈਂ ਅਪੀਲ ਕਰੂੰਗਾ ਵੀ ਇਹ ਕਿੱਦਾਂ ਪਾਸ ਹੋ ਗਿਆ। ਉਹ ਕਹਿੰਦਾ ਵੀ 1.5 ਸਾਲ 'ਚ ਇੱਕੋ ਹੀ ਕੇਸ ਪਾਸ ਹੋਇਆ, ਵੀ ਇਹ ਨਹੀਂ ਹੋਣਾ ਚਾਹੀਦਾ। ਉਦੋਂ ਬਾਅਦ ਅਸੀਂ ਬੜੀ ਕੋਸ਼ਿਸ਼ ਕੀਤੀ ਵੀ ਇਹਨੂੰ ਰਿਲੀਜ਼ ਕਰ ਦਿਓ। ਉਹ ਕਹਿੰਦੇ ਵੀ ਸਾਡੇ ਕੋਲ 30 ਦਿਨ ਆ ਅਪੀਲ ਦੇ, ਤੇ ਜਦੋਂ ਤੱਕ 30 ਦਿਨ ਪੂਰੇ ਨਹੀਂ ਹੁੰਦੇ ਅਸੀਂ ਰਿਲੀਜ਼ ਨਹੀਂ ਕਰਨਾ। ਪਰ ਉਹ ਕਿਉਂਕਿ ਉੱਪਰੋਂ ਥੱਲੇ ਆਇਆ ਸੀ ਆਰਗੂਮੈਂਟ, ਮੈਂ ਉਹਨਾਂ ਨਾਲ ਬਥੇਰੀ ਗੱਲਬਾਤ ਕੀਤੀ, ਉਹਨੂੰ ਕਿਹਾ ਵੀ ਤੁਸੀਂ ਅਪੀਲ ਵਿੱਚ ਨਹੀਂ ਕਰ ਸਕਦੇ, 2 ਵਾਰੀ ਅਪੀਲਾਂ ਹੋ ਗਿਆ, ਤੀਜੀ ਵਾਰੀ ਕਰੋਗੇ ਤੁਹਾਨੂੰ ਉਹਨਾਂ ਨੇ ਜਿਹੜੀ ਅਪੀਲ ਕੋਰਟ ਆ ਉਹਨੇ ਖਿੱਚ ਜਾਣਾ। ਤੇ 30ਵੇਂ ਦਿਨ ਜਦੋਂ ਅਪੀਲ ਨਹੀਂ ਕੀਤੀ ਉਦੋਂ ਪਾਸ ਹੋਣ ਤੋਂ ਬਾਅਦ ਵੀ 29 ਦਿਨ ਜੇਲ੍ਹ 'ਚ ਰੱਖਿਆ। 30 ਦਿਨਾਂ ਬਾਅਦ ਉਹ ਮੁੰਡਾ ਛੱਡਿਆ। ਉਹ ਮੁੰਡਾ ਪਿਛਲੇ ਮਹੀਨੇ ਆਇਆ। ਤੇ ਤੁਸੀਂ ਦੱਸੋ ਵੀ ਇੱਕ ਉਹ ਆਪ ਦੱਸਿਆ ਕਹਿੰਦੇ ਸਾਲ ਬਾਅਦ ਕਾਫੀ ਸਖਤੀ 1 ਸਾਲ 'ਚ 1 ਕੇਸ ਪਾਸ ਕੀਤਾ, ਤੁਸੀਂ ਹਿਸਾਬ ਲਾ ਲਓ। ਤੋ ਇਹ ਤਾਂ ਉਹ ਹਾਲਤ ਹੈ। ਹੁਣ ਆ ਜਾਓ ਤੁਸੀਂ ਜਿਹੜੀ ਗੱਲ ਵਰਕ ਪਰਮਿਟ ਦੀ ਹੈ ਜੀ। ਹੁਣ ਜਿਹੜਾ ਵਰਕ ਆਥੋਰਾਈਜੇਸ਼ਨ ਆ ਇਹਦਾ ਰੂਲ ਇਹ ਹੈਗਾ ਸੀ ਵੀ 180 ਦਿਨ ਤੋਂ ਬਾਅਦ ਜੇ ਬੰਦੇ ਦਾ ਟਾਈਮ ਹੋ ਗਿਆ ਤਾਂ ਉਹ ਅਪਲਾਈ ਕਰੇ, ਜਾਂ ਕਿਸੇ ਨੇ ਰਿਨਿਊ ਕਰਾਉਣਾ ਤਾਂ ਉਹ ਅੱਗੇ ਜੇ ਬੰਦਾ ਕੁਆਲੀਫਾਈ ਕਰਦਾ ਮਹੀਨੇ 1.5 ਮਹੀਨੇ 'ਚ ਆ ਜਾਂਦਾ ਸੀ। ਤੇ ਅਸੀਂ ਦੇਖਿਆ ਜਿਹੜੇ ਵਰਕ ਪਰਮਿਟ ਹੈਗੇ ਆ ਉਹ 2-2 ਵੀਕਾਂ 'ਚ ਵੀ ਆਉਂਦੇ ਦੇਖੇ ਆ ਜੀ। ਇਹਨਾਂ ਨੇ ਹੁਣ ਕੀ ਕੀਤਾ ਹੋਇਆ ਵੀ ਜਿਹੜੇ ਰਿਨਿਊ ਕਰਾਉਂਦੇ ਆ ਬੰਦੇ ਜਾਂ ਅਪਲਾਈ ਕਰਦੇ ਆ ਉਹਦਾ ਟਾਈਮ ਹੈਗਾ 6 ਤੋਂ 7 ਮਹੀਨੇ। 6 ਮਹੀਨੇ ਹੋਲਡ ਕਰ ਲੈਂਦੇ ਆ ਜੀ। ਤੇ ਉਹ ਜਿਹੜਾ ਹੋਲਡ ਕਰਦੇ ਆ ਉਹਦੀ ਕੋਈ ਵਜ੍ਹਾ ਨਹੀਂ ਹੁੰਦੀ, ਕੋਈ ਰੀਜ਼ਨ ਨਹੀਂ। ਬੰਦਾ ਉਹ ਜਿਹੜਾ ਹੈਗਾ ਉਹ ਕੁਆਲੀਫਾਈ ਕਰ ਰਿਹਾ ਵਰਕ ਪਰਮਿਟ ਲਈ, ਇਹ ਨਹੀਂ ਆ ਵੀ ਕੁਆਲੀਫਾਈ ਨਹੀਂ ਕਰਦਾ ਉਹ ਕੁਆਲੀਫਾਈ ਮਤਲਬ ਕਰਦਾ, ਉਹਨੂੰ ਮਿਲਣਾ ਵੀ ਆ, ਪਰ ਇਹ ਟਾਈਮ ਪਾ ਕੇ ਦਿੰਦੇ ਆ। 6 ਮਹੀਨੇ ਵੇਟ ਕਰਦੇ ਆ, 6 ਮਹੀਨੇ ਤੋਂ ਬਾਅਦ ਜਾ ਕੇ ਕਿਤੇ ਉਹਨੂੰ ਮਿਲਦਾ। ਤੇ ਜੇ ਉਹ ਚ ਲੱਭਦੇ ਆ ਵੀ ਮਾੜੀ ਮੋਟੀ ਕੋਈ ਘੁੰਡੀ ਮਿਲ ਜੇ ਇਹਨੂੰ ਰੋਕਣ ਦੀ, ਜਿਵੇਂ ਕਿਸੇ ਨੇ ਕੋਈ ਡੇਟ ਮਿਸ ਕੀਤੀ ਆ ਆਪਣੀ ਜਾਂ ਕੋਈ ਫਿੰਗਰਪ੍ਰਿੰਟ ਨਹੀਂ ਕਰਾਏ, ਫਿਰ ਰੋਕ ਦਿੰਦੇ ਆ। ਅਦਰਵਾਈਜ਼ ਜੇ ਹੋਵੇ ਤਾਂ ਵੀ 6 ਮਹੀਨੇ ਬਾਅਦ ਦਿੰਦੇ ਆ ਜੀ। ਤੇ ਉਹ ਇਸ ਕਰਕੇ ਆ ਇਹਨੂੰ ਡਿਲੇ ਆ, ਇਹਨੂੰ ਅਜੇ ਮਤਲਬ ਹੋ ਸਕਦਾ ਇਹਨਾਂ ਨੂੰ ਮਹੀਨਾ 1.5 ਮਹੀਨਾ ਹੋਰ ਲੱਗੇ। ਪਰ ਚਾਹੀਦਾ ਇਹ ਆ ਕਿ ਜੇ ਇਹਨਾਂ ਨੇ ਆਪ ਕੀਤਾ ਤਾਂ ਇਮੀਗ੍ਰੇਸ਼ਨ ਨੂੰ ਕਾਲ ਕਰਨ, ਜਿਹਨਾਂ ਦੇ ਵਕੀਲ ਨੇ ਕੀਤਾ ਤਾਂ ਉਹ ਕਾਲ ਕਰੇ। ਪਰ ਇਹਨਾਂ ਨੂੰ ਲਾਈਨ ਤੇ ਲੈਣਾ ਪੈਣਾ। ਇਮੀਗ੍ਰੇਸ਼ਨ ਵਾਲੇ ਅੱਜ ਕੱਲ ਆਪ ਜਿਹੜਾ ਹੁੰਦਾ ਐਪਲੀਕੈਂਟ ਉਹਦੇ ਨਾਲ ਗੱਲ ਕਰਨੀ ਚਾਹੁੰਦੇ ਆ, ਸੋ ਫੋਨ ਤੇ ਪਤਾ ਕਰ ਲੈਣ, ਪਰ ਟਾਈਮ ਲੱਗ ਰਿਹਾ ਹੈ। ਠੀਕ ਹੈ ਜੀ। ਇੱਕ ਪੁੱਛ ਰਿਹਾ ਜੀ B1 B2 ਵੀਜ਼ਾ ਜਿਹੜਾ ਦਿੱਲੀ ਤੋਂ ਆ ਉਹ ਕਦੋਂ ਸ਼ੁਰੂ ਕਰ? ਦੇਖੋ B1 B2 ਵੀਜ਼ੇ ਤੇ ਇਹ ਤਾਂ ਹੁਣ ਪਤਾ ਨਹੀਂ, ਕਿਉਂਕਿ ਜਿਹੜੀ ਰਿਸਟ੍ਰਿਕਸ਼ਨ ਹੈਗੀ ਆ ਜੀ ਮਤਲਬ ਟਰੰਪ ਸਾਹਿਬ ਦੀ ਉਹ ਦਸੰਬਰ ਤੱਕ ਆ, ਪਰ B1 B2 ਤੇ ਨਹੀਂ ਹੈਗੀ ਜੀ। ਉਹ ਚ ਇੰਡੀਆ ਨਹੀਂ ਹੈਗਾ, ਜਿਵੇਂ ਹੋਰਾਂ ਮੁਲਕਾਂ ਤੇ ਹੈਗੀ ਪਰ ਇੰਡੀਆ ਤੇ ਨਹੀਂ। ਜਿਹੜੇ ਬੇਸਿਕਲੀ ਨਾਨ ਇਮੀਗ੍ਰੈਂਟ ਵੀਜ਼ਾ ਤੇ ਰਿਸਟ੍ਰਿਕਸ਼ਨ ਆ ਉਹਨਾਂ 'ਚ ਤਾਂ ਇਹੀ ਨੇ, H1 ਵੀਜ਼ਾ ਹੋ ਗਿਆ, J ਵੀਜ਼ਾ ਹੋ ਗਿਆ, ਫਿਰ L1 ਵੀਜ਼ਾ ਹੋ ਗਿਆ, ਤੇ ਸਟੂਡੈਂਟ ਵੀਜ਼ਾ ਜਿਹੜਾ F1 ਆ। ਤੇ ਬਾਕੀ ਇਮੀਗ੍ਰੈਂਟ ਵੀਜ਼ੇ ਨੇ ਜਿਹੜੇ ਆਪਾਂ ਗੱਲ ਕਰਦੇ ਹੁੰਦੇ ਆ ਹਮੇਸ਼ਾ ਹੀ ਵੀਜ਼ੇ 'ਚ ਕਿ US ਸਿਟੀਜ਼ਨ ਆਪਣੇ ਮਾਂ-ਬਾਪ ਨੂੰ ਕਰਦਾ, ਭੈਣਾਂ ਭਰਾਵਾਂ ਨੂੰ ਕਰਦਾ, ਕੈਟੇਗਰੀ ਮੈਰਿਡ ਬੱਚਿਆਂ ਨੂੰ ਕਰਦਾ, ਅਨਮੈਰਿਡ ਬੱਚਿਆਂ ਨੂੰ ਜਿਹੜੇ ਹੈਗੇ ਆ ਓਵਰ 21 ਤੇ ਜਾਂ ਗ੍ਰੀਨ ਕਾਰਡ ਹੋਲਡਰ ਦੇ ਹਸਬੈਂਡ ਵਾਈਫ ਤੇ ਬੱਚੇ ਉਹਦੇ 'ਚ ਜੀ। ਪਰ ਇਹਦੇ 'ਚ ਆਏ ਆ ਵੀ B1 B2 ਟਰਾਈ ਕੀਤੀ ਜਾ ਸਕਦੀ ਆ। ਜਿਨ੍ਹਾਂ ਦਾ ਪਹਿਲਾਂ ਇੱਥੇ ਮੈਂ ਇੱਕ ਗੱਲ ਦੱਸਦਾ ਵੀ ਜਿਨ੍ਹਾਂ ਨੇ ਪਹਿਲਾਂ B1 B2 ਆਲਰੇਡੀ ਮਿਲਿਆ ਹੋਇਆ, ਜਿਨ੍ਹਾਂ ਨੂੰ ਕਈਆਂ ਦੇ ਪਹਿਲਾਂ ਮਤਲਬ ਪਿਛਲੇ ਸਾਲ ਦੇ ਜਾਂ ਉਸ ਤੋਂ ਪਿਛਲੇ ਸਾਲ ਜਾਂ ਪਹਿਲਾਂ ਦੇ 10 ਸਾਲ ਦੇ ਵੀਜ਼ੇ ਲੱਗੇ ਆ ਜੀ। ਜੇ ਉਹੋ ਜਿਹੇ ਬੰਦੇ ਨੂੰ ਆਲਰੇਡੀ ਵੀਜ਼ਾ ਲੱਗਿਆ ਹੋਇਆ ਉਹ ਆ ਸਕਦਾ, ਉਹ ਕੋਈ ਰਿਵੋਕ ਨਹੀਂ ਹੋਏ, ਉਹ 'ਚ ਕੋਈ ਪ੍ਰੋਬਲਮ ਨਹੀਂ ਹੈਗੀ ਆਉਣ 'ਚ, ਸੋ ਦੇ ਕੈਨ ਕਮ। ਪਰ ਜੇ ਨਵਾਂ ਲੈਣਾ ਤਾਂ ਜਦੋਂ ਵੀ ਉਹ ਐਮਬੈਸੀ ਦੇ ਸਕੇਜੂਲ ਦੇ ਮੁਤਾਬਕ, ਕਿਉਂਕਿ ਜਿਹੜੀਆਂ ਐਮਬੈਸੀਆਂ ਖੁੱਲੀਆਂ ਨੇ ਪਰ ਐਮਰਜੈਂਸੀ ਕੰਮਾਂ ਲਈ ਖੁੱਲੀਆਂ, ਉਹ ਇਦਾਂ ਇੰਟਰਵਿਊ ਤੇ ਨਹੀਂ ਬੁਲਾਉਂਦੇ, ਸੋ ਕੰਟੈਕਟ ਕਰਕੇ ਅਪਲਾਈ ਕਰ ਸਕਦੇ ਆ, ਉਹਦੇ ਤੇ ਇਹ ਬੈਨ ਨਹੀਂ ਹੈਗਾ। ਅਗਲਾ ਸਵਾਲ ਹੈ ਜੀ, F4 ਕੈਟਾਗਰੀ ਆ ਤੇ ਇੰਟਰਵਿਊ ਉਹਨਾਂ ਦੀ ਹੋ ਗਈ ਆ, ਵੀਜ਼ਾ ਵੀ ਲੱਗ ਗਿਆ ਸੀ ਪਰ ਵੀਜ਼ਾ ਡੇਟ ਐਕਸਪਾਇਰ ਹੋ ਗਈ ਆ, ਕੀ ਕੀਤਾ ਜਾ ਸਕਦਾ? ਦੇਖੋ ਇਹ ਜਿਹੜੀ ਸਮੱਸਿਆ ਹੈਗੀ ਆ, ਇਹ ਮੈਂ ਪਹਿਲਾਂ ਵੀ ਜਿਹੜੇ ਟੀਵੀ ਪ੍ਰੋਗਰਾਮਾਂ ਦੇ ਵਿੱਚ ਮਤਲਬ ਅਪ੍ਰੈਲ ਮਾਰਚ ਜਿਹੜੇ ਮੈਂ ਕੀਤੇ ਅੱਡ ਚੈਨਲਾਂ ਨਾਲ, ਉੱਥੇ ਮੈਂ ਗੱਲ ਦੱਸੀ, ਉਦੋਂ ਵੀ ਦੱਸੀ ਹੈ। ਤੇ ਇਹ ਸਿਚੁਏਸ਼ਨ ਇਹ ਸੀ ਕਿ ਕਈ ਬੰਦਿਆਂ ਦਾ ਜਿਵੇਂ ਭਰਾ ਭੈਣ ਦੀ ਕੈਟਾਗਰੀ 'ਚ ਅਪਲਾਈ ਹੋਇਆ, ਜਿਵੇਂ 2005 ਚੱਲਦਾ, ਉਹਦੇ ਵਿੱਚ ਕਈਆਂ ਦੀ ਇੰਟਰਵਿਊ ਹੋ ਗਈ ਤੇ ਕਈਆਂ ਨੂੰ ਤਾਂ ਵੀਜ਼ਾ ਇਸ਼ੂ ਵੀ ਹੋ ਗਿਆ, ਪਰ ਉਹ ਨਹੀਂ ਆਏ ਵੀ ਬੱਚਿਆਂ ਦੇ ਐਗਜ਼ਾਮ ਨੇ, ਵੀ ਬੱਚਿਆਂ ਦੇ ਐਗਜ਼ਾਮ ਮਾਰਚ 'ਚ ਹੋਣੇ ਆ, ਜਾਂ ਕਿਸੇ ਨੇ ਕਿਹਾ ਵੀ ਅਪ੍ਰੈਲ 'ਚ ਜਿਹੜੀ ਹੈਗੀ ਕਣਕ ਸਾਂਭ ਲਾ ਮੈਂ, ਉਦੋਂ ਬਾਅਦ ਜਾਣਾ ਕਿਉਂਕਿ ਉਹ ਟਾਈਮ ਦੇ ਦਿੰਦੇ 4 ਮਹੀਨੇ ਜਾਣਦਾ, ਉਧਰੋਂ ਹੋ ਗਿਆ ਲੋਕਡਾਊਨ ਜੀ, ਉਹ ਨਹੀਂ ਆ ਸਕੇ। ਤੇ ਜਿਹੜਾ ਬੰਦਾ ਮੈਂ ਉਦੋਂ ਵੀ ਕਿਹਾ ਸੀ ਵੀ ਜਿਹੜਾ ਜਿਵੇਂ ਵੀ ਆ ਸਕਦਾ, ਉਹਦੇ 'ਚ ਅੰਬੈਸੀ ਦੀ ਅਸਿਸਟੈਂਸ ਨਹੀਂ ਸੀ ਮਿਲਣੀ, ਕਿਉਂਕਿ ਜਿਹੜਾ ਅੰਬੈਸੀ ਜਿਹੜੀ ਅਮਰੀਕਨ ਅੰਬੈਸੀ ਅਸਿਸਟ ਕਰ ਰਹੀ ਸੀ ਇੱਥੇ ਆਉਣ ਲਈ, ਉਹ ਸਿਰਫ ਸਿਟੀਜ਼ਨ ਨੂੰ ਤੇ ਗ੍ਰੀਨ ਕਾਰਡ ਹੋਲਡਰ ਨੂੰ ਕਰ ਰਹੀ ਸੀ ਜਿਹੜੇ ਫਸੇ ਆ ਜੀ। ਇਹ ਜਿਹੜੇ ਇਦਾਂ ਦੇ ਜਿਹਨਾਂ ਨੂੰ ਅਜੇ ਗ੍ਰੀਨ ਕਾਰਡ ਮਤਲਬ ਵੀਜ਼ਾ ਹੀ ਲੱਗਿਆ, ਉਹਨਾਂ ਨੂੰ ਚਾਹੇ ਜਿਵੇਂ ਜਿਹੜੇ ਮਰਜ਼ੀ ਤਰੀਕੇ ਨਾਲ ਉਹ ਆ ਸਕਦੇ, ਕਿਸੇ ਹੋਰ ਕੰਟਰੀ ਤੋਂ ਆ ਜਾਂਦੇ, ਆਉਣਾ ਚਾਹੀਦਾ ਸੀ, ਪਰ ਜਿਹੜੇ ਨਹੀਂ ਆ ਸਕੇ ਜੀ, ਉਹਨਾਂ ਦਾ ਹੁਣ ਇੱਕੋ ਹੀ ਤਰੀਕਾ ਬਚਿਆ ਵੀ ਜਦੋਂ ਉਹ ਟਾਈਮ ਖਤਮ ਹੋ ਗਿਆ ਜਿਹਨਾਂ ਉਹਨਾਂ ਦਿੱਤਾ, ਉਹਨਾਂ ਨੂੰ ਅੰਬੈਸੀ ਦੁਆਰਾ ਜਾਣਾ ਪੈਣਾ ਜੀ। ਉਹ ਅੰਬੈਸੀ ਜਿਹੜੀ ਹੈਗੀ ਆ ਉਹ ਦੁਬਾਰਾ ਵੀਜ਼ਾ ਇਸ਼ੂ ਕਰੂਗੀ, ਤੇ ਹੋ ਸਕਦਾ ਵੀ ਉਹਨਾਂ ਦੇ ਫਿੰਗਰਪ੍ਰਿੰਟ ਦੁਬਾਰਾ ਹੋਣ, ਇਹ ਵੀ ਹੋ ਸਕਦਾ ਵੀ ਜਿਹੜੀਆਂ ਪੁਲਿਸ ਕਲੀਅਰੈਂਸ ਰਿਪੋਰਟਾਂ ਨੇ ਉਹ ਦੁਬਾਰਾ ਲਈਆਂ ਜਾਣ, ਤੇ ਮੈਡੀਕਲ ਵੀ ਦੁਬਾਰਾ ਹੋਵੇ।
ਜੀ ਕਿਉਂਕਿ ਉਹਦਾ ਹੁਣ ਇੰਨਾ ਟਾਈਮ ਹੋ ਗਿਆ। ਸੋ ਇਹਨਾਂ ਦੀ ਜਿਹੜੀ ਇਹ ਤਾਂ ਉਹ ਨੇ ਜਿਹਨਾਂ ਦੀ ਆਲਰੇਡੀ ਇੰਟਰਵਿਊ ਹੋ ਗਈ ਸੀ, ਇਹ ਕਹਿੰਦੇ ਮੇਰੀ ਇੰਟਰਵਿਊ ਹੀ ਨਹੀਂ ਹੋਈ ਜੀ। ਇਹਨਾਂ ਦੀ ਇੰਟਰਵਿਊ ਲਈ ਇਹਨਾਂ ਦਾ ਵੀਜ਼ਾ ਵੀ ਲੱਗ ਗਿਆ ਸੀ ਇਹਨਾਂ ਦਾ। ਅੱਛਾ, ਤੇ ਵੀਜ਼ਾ ਡੇਟ ਐਕਸਪਾਇਰ ਹੋ ਗਈ ਹੈ। ਉਹੀ ਮੈਂ ਕਹਿ ਰਿਹਾ। ਅੱਛਾ, ਉਹੀ ਗੱਲ ਤਾਂ ਆਪਾਂ ਕਰਕੇ ਹਟੇ ਆ ਨਾ ਹੁਣ, ਵੀ ਜਿਹੜੇ ਬੰਦਿਆਂ ਦਾ ਵੀਜ਼ਾ ਲੱਗ ਗਿਆ ਜੀ, ਤੇ ਇਹ ਉਦੋਂ ਵੀ ਮੈਨੂੰ 3-4 ਲੋਕਾਂ ਨੇ ਮਤਲਬ ਜਿਹੜੇ ਫੋਨ ਆਏ, ਉਹਨਾਂ ਨੇ ਮੈਨੂੰ ਇਹ ਗੱਲ ਜਿਹੜੀ ਡਿਸਕਸ ਕੀਤੀ, ਮੈਂ ਇਹਨਾਂ ਨੂੰ ਦੱਸੀ। ਮੈਂ ਕਿਹਾ ਵੀ ਉਹਨਾਂ ਦਾ ਵੀਜ਼ਾ ਸੀ ਕਿਸੇ ਦਾ ਮਈ ਤੱਕ, ਕਿਸੇ ਦਾ ਜੂਨ ਤੱਕ, ਵੀ ਜ਼ਿਆਦਾ ਆ ਜਾਓ, ਜੇ ਨਹੀਂ ਆਉਂਗੇ ਤਾਂ ਜਦੋਂ ਐਮਬੈਸੀ ਖੁੱਲੂਗੀ ਉੱਥੇ ਜਾਣਾ ਪੈਣਾ। ਪਰ ਜਦੋਂ ਖੁੱਲੀ ਤਾਂ ਉਹਨਾਂ ਨੇ ਹੋ ਸਕਦਾ ਮੈਡੀਕਲ ਵੀ ਦੁਬਾਰਾ ਕਰਾਉਣ, ਹੋ ਸਕਦਾ ਉਹ ਜਿਹੜੇ ਫਿੰਗਰਪ੍ਰਿੰਟ ਵੀ ਕਰਾਉਣ, ਤੇ ਜਿਹੜੇ ਬਾਕੀ ਤੁਹਾਡੇ ਜਿਹੜੀ ਪੁਲਿਸ ਕਲੀਅਰੈਂਸ ਵਗੈਰਾ ਡਾਕੂਮੈਂਟ ਉਹ ਵੀ ਦੁਬਾਰਾ ਲੈਣ, ਸਪੋਰਟ ਵੀ ਦੁਬਾਰਾ ਲੈਣ, ਤੇ ਪਲੱਸ ਜਿਹੜਾ ਬੈਨ ਲਾਇਆ ਹੋਇਆ ਪ੍ਰੈਜ਼ੀਡੈਂਟ ਟਰੰਪ ਨੇ ਦਸੰਬਰ ਤੱਕ, ਹੋ ਸਕਦਾ ਵੀ ਉਹਦਾ ਵੀ ਅਸਰ ਹੋਵੇ, ਕਿਉਂਕਿ ਐਮਬੈਸੀ ਵਾਲੇ ਵੀਜ਼ਾ ਦਸੰਬਰ ਤੱਕ ਨਾ ਇਸ਼ੂ ਕਰਨੇ, ਇਹ ਸਾਰੀਆਂ ਗੱਲਾਂ ਹੋ ਸਕਦੀਆਂ। ਪਰ ਇਹਨਾਂ ਨੂੰ ਐਡਵਾਈਸ ਇਹ ਆ ਕਿ ਇਹ ਐਮਬੈਸੀ ਨੂੰ ਕੰਟੈਕਟ ਕਰਨ ਤੇ ਉਹਨਾਂ ਨੂੰ ਕੰਟੈਕਟ ਕਰਕੇ ਤੇ ਉਹ ਇਹਨਾਂ ਨੂੰ ਦੱਸਣਗੇ ਅਗਲਾ ਸਟੈਪ ਕੀ ਆ। ਇਹਦੇ ਨਾਲ ਨਾਲ ਜਿਹੜੀ ਆਪਾਂ ਇੱਕ ਹੋਰ ਗੱਲ, ਕਿਉਂਕਿ ਮੈਨੂੰ ਇੱਕ ਕੁਐਸਚਨ ਆਇਆ ਜਿਹੜਾ ਉਹਦੇ ਬਾਰੇ ਵੀ ਗੱਲ ਇਸ ਰਿਲੇਟਡ ਕਰ ਲਈਏ, ਉਹ ਬੰਦੇ ਨੇ ਜਿਹਨਾਂ ਦੀ ਇੰਟਰਵਿਊ ਨਹੀਂ ਆਈ, ਜਿਹੜੀ ਆਪਾਂ ਗੱਲ ਕਰ ਰਹੇ ਸੀ, ਉਹ ਇਦਾਂ ਆ ਵੀ ਜਿਵੇਂ ਹੁਣ 2005 ਚੱਲਦਾ ਸੀ, ਉਹਨਾਂ ਦੇ ਸਾਰੇ ਡਾਕੂਮੈਂਟ ਜਿਹੜੇ ਹੈਗੇ ਆ ਉਹ ਸਾਰੇ NVC ਨੇ ਜਿਹੜਾ ਐਫਰਟ ਆਫ ਸਪੋਰਟ ਆ ਉਹ ਵੀ ਚੱਲ ਗਿਆ, ਫਾਰਮ ਸਾਰੇ ਭਰੇ ਗਏ, ਤੇ ਕੇਸ ਹੋ ਗਿਆ ਐਮਬੈਸੀ 'ਚ ਰੈਫਰ, ਤੇ ਉਹਨਾਂ ਨੇ ਕਹਿਤਾ ਵੀ ਅਸੀਂ ਐਮਬੈਸੀ ਨੂੰ ਭੇਜਤਾ, NVC ਨੇ ਇੰਟਰਵਿਊ ਆਊਗੀ। ਉਦੋਂ ਬਾਅਦ ਇੰਟਰਵਿਊ ਆਣੀ ਸੀ ਜਿਵੇਂ ਮਾਰਚ ਜਾਂ ਅਪ੍ਰੈਲ, ਉਹਨੂੰ ਲੱਗ ਗਿਆ ਲੋਕਡਾਊਨ, ਅਜੇ ਤੱਕ ਇੰਟਰਵਿਊ ਨਹੀਂ ਆਈ। ਜਿਹੜੀਆਂ ਉਹ ਕੈਟੇਗਰੀਆਂ ਨੇ, ਉਹ ਜਿਹੜਾ ਬੈਨ ਲਾਇਆ ਹੋਇਆ ਪ੍ਰੈਜ਼ੀਡੈਂਟ ਟਰੰਪ ਨੇ ਉਹਦੇ ਅਧੀਨ ਆਉਂਦੀਆਂ ਨੇ, ਜਿਹਦੀ ਇੰਟਰਵਿਊ ਨਹੀਂ ਹੋਈ, ਠੀਕ ਆ ਨਾ, ਤੇ ਉਹਦੇ ਤੇ ਹੈਗਾ ਦਸੰਬਰ ਤੱਕ ਬੈਨ। ਸੋ ਉਹਦੇ 'ਚ ਪੋਸੀਬਿਲਿਟੀ ਹੈਗੀ ਆ ਵੀ ਉਹਨਾਂ ਦੀ ਇੰਟਰਵਿਊ ਦਸੰਬਰ ਤੱਕ ਨਾ ਆਵੇ। ਜਦੋਂ ਬੈਨ ਖੁੱਲੂਗਾ ਉਦੋਂ ਬਾਅਦ ਇੰਟਰਵਿਊ ਆਉਣ ਦੀ ਉਮੀਦ ਆ। ਪਲੱਸ ਨਾਲ ਇਹ ਹੈਗਾ, ਪਰ ਇਹ ਜ਼ਰੂਰ ਆ ਵੀ ਉਹਨਾਂ ਨੂੰ ਚਾਹੀਦਾ ਐਮਬੈਸੀ ਨਾਲ ਕੰਟੈਕਟ ਜ਼ਰੂਰ ਕਰਨ, ਉਹਨਾਂ ਨੂੰ ਈਮੇਲ ਕਰਨ ਜਾਂ ਫੋਨ ਕਰਨ, ਜੋ ਵੀ ਹੈਗਾ ਸਿਸਟਮ, ਤੇ ਟਰਾਈ ਕਰਨ ਵੀ ਇੰਟਰਵਿਊ ਦੇਣ, ਪਰ ਇਹ ਲਾਈਕਲੀਹੁਡ ਹੋ ਸਕਦੀ ਹੈ ਵੀ ਇੰਟਰਵਿਊ ਨਾ ਆਵੇ। ਇੱਕ ਅਗਲਾ ਸਵਾਲ ਹੈ ਜੀ ਸਾਡਾ, F4 ਕੈਟਾਗਰੀ 'ਚ ਉਹਨਾਂ ਨੇ ਸਿਸਟਰ ਨੂੰ ਅਪਲਾਈ ਕੀਤਾ ਸੀਗਾ, ਇੰਟਰਵਿਊ ਜਿਹੜੀ ਅਪ੍ਰੈਲ 'ਚ ਸੀ, ਪਰ ਉਹ ਕੈਂਸਲ ਹੋ ਗਈ ਡਿਊ ਟੂ ਕੋਵਿਡ। ਇਹੀ ਗੱਲ ਆਪਾਂ ਕਰਦੇ ਪਹਿਲਾਂ ਸੀਗਾ ਵੀ ਇੰਟਰਵਿਊ ਹੋ ਗਈ, ਤੇ ਵੀਜ਼ਾ ਵੀ ਲੱਗ ਗਿਆ, ਇਹਨਾਂ ਦੀ ਇੰਟਰਵਿਊ ਜਿਹੜੀ ਉਹ ਕੈਂਸਲ ਨਹੀਂ ਹੋਈ। ਉਹ ਜਿਹਦੀ ਕੈਂਸਲ ਹੋ ਗਈ ਇੰਟਰਵਿਊ, ਉਹਨੂੰ ਚਾਹੀਦਾ ਐਮਬੈਸੀ ਨੂੰ ਕੰਟੈਕਟ ਕਰੇ। ਪਰ ਇਹ ਜਿਹੜੇ ਹੈਗੇ ਨੇ ਜਿਹਦੀ ਇੰਟਰਵਿਊ ਨਹੀਂ ਹੋਈ, ਜਿਹੜਾ ਬੈਨ ਲਾਇਆ ਪ੍ਰੈਜ਼ੀਡੈਂਟ ਟਰੰਪ ਨੇ, ਉਹਦੇ 'ਚ ਵੀ ਆਉਂਦੇ ਆ। ਸੋ ਹੋ ਸਕਦਾ ਦਸੰਬਰ ਤੱਕ ਨਾ ਆਵੇ। ਇੱਕ ਆਖਰੀ ਬੜਾ ਇੰਟਰਸਟਿੰਗ ਜਿਹਾ ਸਵਾਲ ਆ, ਉਹ ਕਹਿੰਦੇ ਆ ਜੀ ਬਾਕੀ ਕੰਟਰੀਜ਼ 'ਚ ਜਿਵੇਂ ਹੁੰਦਾ ਨਾ ਵੀ ਟੂਰਿਸਟ ਵੀਜ਼ਾ ਜਿਹੜਾ ਹੈਗਾ ਉਹ ਵਰਕ ਪਰਮਿਟ ਮਿਲ ਜਾਂਦਾ, ਕੀ ਅਮਰੀਕਾ 'ਚ ਵੀ ਇਹੋ ਜਿਹਾ ਕੋਈ ਸਿਸਟਮ ਹੈਗਾ? ਨਹੀਂ, ਟੂਰਿਸਟ ਵੀਜ਼ੇ ਤੇ ਵਰਕ ਪਰਮਿਟ ਨਹੀਂ ਮਿਲਦਾ। ਜਿਹੜਾ ਵਰਕ ਪਰਮਿਟ ਆ ਉਹਦੀਆਂ ਜਿਹੜੀਆਂ ਕੈਟੇਗਰੀਜ਼ ਨੇ ਉਹ ਡਿਫਰੈਂਟ ਨੇ। ਉਹ ਤਾਂ ਜਿਵੇਂ ਹੁਣ ਕਿਸੇ ਨੇ ਫਰਜ਼ ਕਰੋ ਇੱਥੇ ਪੋਲੀਟੀਕਲ ਅਸਾਈਲਮ ਦਾ ਕੇਸ ਕੀਤਾ, ਉਦੋਂ ਬਾਅਦ 6 ਮਹੀਨੇ ਬਾਅਦ ਜਾਂ ਹੁਣ ਸਾਲ ਦਾ ਕਰਤਾ ਇਹਨਾਂ ਨੇ, 365 ਦਿਨ ਬਾਅਦ ਮਿਲਦਾ ਉਹ ਆ। ਜਾਂ ਕਿਸੇ ਨੇ US ਸਿਟੀਜ਼ਨ ਨਾਲ ਵਿਆਹ ਕਰਾਇਆ ਉੱਤੇ ਮਿਲ ਜਾਂਦਾ, ਜਾਂ ਕੋਈ F1 ਵਾਲਾ ਹੈਗਾ ਉਹਦੀ ਜਿਹੜੀ ਹੈਗੀ ਪੜ੍ਹਾਈ ਖਤਮ ਹੋ ਗਈ, ਉਸ ਤੋਂ ਬਾਅਦ OPT ਜਿਹੜਾ ਅੰਡਰ ਵਰਕ ਪਰਮਿਟ ਪ੍ਰੋਗਰਾਮ ਉਹ ਮਿਲਦਾ। ਇਹਦਾ ਸਟੂਡੈਂਟ ਕਰਕੇ ਨਹੀਂ ਮਿਲਦਾ ਵਰਕ ਪਰਮਿਟ। ਠੀਕ ਹੈ। ਇਹਦੇ ਨਾਲ ਨਾਲ 2 ਸਵਾਲਾਂ ਦੇ ਮੈਂ ਤੁਹਾਨੂੰ ਹੋਰ ਦੇ ਦਾਂ ਜਿਹੜੇ ਸਾਨੂੰ ਆਏ ਆ। ਇੱਕ ਤਾਂ ਇਹ ਆ ਵੀ ਕਈ ਬੰਦਿਆਂ ਨੇ ਕਿਹਾ ਵੀ F1 ਬਾਰੇ ਦੱਸੋ, ਠੀਕ ਹੈ, ਸਟੂਡੈਂਟ ਵੀਜ਼ੇ ਬਾਰੇ। ਹੁਣ ਦੇਖੋ, ਜਿਹੜਾ ਸਟੂਡੈਂਟ ਵੀਜ਼ਾ ਆ ਇਹਦੇ 'ਚ ਬੇਸਿਕਲੀ ਇਹ ਆ ਕਿ ਜਿਹੜੇ ਤਾਂ ਬੰਦੇ ਇੱਥੇ ਆਏ ਹੋਏ ਨੇ ਸਟੂਡੈਂਟ ਵੀਜ਼ੇ ਤੇ ਪੜ੍ਹ ਰਹੇ ਨੇ, ਉਹ ਤਾਂ ਜਿਹੜੇ ਆਨਲਾਈਨ ਕਲਾਸਿਸ ਵੀ ਲੈ ਸਕਦੇ ਨੇ ਤੇ ਉਹਨਾਂ ਦੇ ਵੀਜ਼ੇ ਤੇ ਅਸਰ ਨਹੀਂ ਪਏਗਾ। ਪਰ ਜਿਹੜੇ ਬੰਦੇ ਨਹੀਂ ਆ ਸਕੇ, ਜਾਂ ਤਾਂ ਉਹਨਾਂ ਦੀਆਂ ਕਲਾਸਿਸ ਕੈਂਸਲ ਹੋ ਗਈਆਂ, ਜਾਂ ਇਦਾਂ ਦੇ ਵੀ ਹੋਣਗੇ ਜਿਹਨਾਂ ਨੂੰ ਵੀਜ਼ਾ ਲੱਗਿਆ ਪਰ ਉਹਨਾਂ ਨੂੰ ਕਿਸੇ ਨੇ ਚੜ੍ਹ ਨਹੀਂ ਦਿੱਤਾ, ਉੱਥੋਂ ਵੀ ਹੋ ਗਿਆ, ਜਾਂ ਵੀਜ਼ਾ ਲੱਗਿਆ ਹੀ ਨਹੀਂ ਅਜੇ, ਆਪਾਂ ਅਪਲਾਈ ਕੀਤਾ ਕਿਸੇ ਨੇ ਪਰ ਇੰਟਰਵਿਊ ਨਹੀਂ ਆਈ। ਉਹ ਸਿਰਫ ਉਹਨਾਂ ਜਿਹੜੇ ਕਲਾਸਾਂ ਜਾਂ ਯੂਨੀਵਰਸਿਟੀਆਂ 'ਚ ਆ ਸਕਦੇ ਨੇ ਜਿੱਥੇ ਔਨ ਕੈਂਪਸ ਪੜ੍ਹਾਈ ਹੈ, ਜਿੱਥੇ ਆਨਲਾਈਨ ਪੜ੍ਹਾਈ ਹੈ, ਉੱਥੇ ਬੈਨ ਲਾਇਆ ਹੋਇਆ ਸੀ ਐਡਮਿਨਿਸਟ੍ਰੇਸ਼ਨ ਨੇ। ਤੇ ਨਵੇਂ ਜਿਹੜੇ F1 ਨੇ, ਜਿਵੇਂ ਕਿਸੇ ਨੇ ਅੱਜ ਅਪਲਾਈ ਕਰਨਾ ਹੋਵੇ F1, ਉਹ ਤੇ ਵੈਸੇ ਬੈਨ ਆ। ਸੋ ਉਹ ਦਸੰਬਰ ਤੱਕ F1 ਵੀਜ਼ੇ ਦੇ ਜਿਹੜਾ ਹੈਗਾ ਉਹ ਮੇਰਾ ਨਹੀਂ ਖਿਆਲ ਵੀ ਉੱਥੇ ਕੋਈ ਇੰਟਰਵਿਊ ਹੋਊਗੀ ਜਾਂ ਉਹ ਕਿਸੇ ਨੂੰ ਆਉਣ ਦੇਣਗੇ। ਪਰ ਜਿਹਨੂੰ ਆਲਰੇਡੀ ਜਿਹੜਾ ਇੱਥੇ ਪੜ੍ਹ ਰਿਹਾ ਉਹ ਪੜ੍ਹ ਸਕਦਾ। ਸੋ ਇਹ ਆ। ਦੂਸਰਾ, ਇੱਕ ਨੇ ਇਹ ਸਵਾਲ ਪੁੱਛਿਆ ਵੀ ਜਿਹੜੀ F4 ਕੈਟੇਗਰੀ ਦੀ ਆਪਾਂ ਗੱਲ ਕਰਕੇ ਹਟੇ ਆ, ਉਹਦੇ ਬਾਰੇ ਦੱਸੋ। ਦੇਖੋ, ਜਿਹੜੀ F4 ਕੈਟੇਗਰੀ ਆ ਉਹ ਭਰਾ ਭੈਣ ਦੀ ਕੈਟੇਗਰੀ। ਉਹ ਜਿਹੜਾ ਭਰਾ ਭੈਣ ਲਈ US ਸਿਟੀਜ਼ਨ ਅਪਲਾਈ ਕਰਦਾ, ਉਹਦਾ ਆ ਜਿਹੜਾ ਬੈਨ ਲੱਗਣ ਤੋਂ ਪਹਿਲਾਂ 2005 ਸਾਲ ਚੱਲਦਾ ਸੀ। ਇਹ 2005 ਵਾਲਿਆਂ ਨੂੰ ਵੀਜ਼ਾ ਮਿਲ ਰਿਹਾ ਸੀ। ਇਹਦੇ 'ਚ ਬੇਸਿਕਲੀ ਜਿਹੜੇ US ਸਿਟੀਜ਼ਨ ਦੇ ਭਰਾ ਭੈਣ ਤੇ ਉਹਨਾਂ ਦੇ 21 ਸਾਲ ਤੋਂ ਘੱਟ ਬੱਚੇ ਆ ਸਕਦੇ ਆ। ਪਰ ਜੇ 21 ਸਾਲ ਤੋਂ ਉੱਪਰ ਵੀ ਹੋ ਜੇ ਬੱਚਾ ਤੇ ਉਹ ਡਿਪੈਂਡੈਂਟ ਆ, ਮਾਂ-ਬਾਪ ਤੇ ਅਨਮੈਰਿਡ ਆ, ਤੇ ਜਦੋਂ ਉਹਦੀ ਪਟੀਸ਼ਨ ਅਪਰੂਵ ਹੋਈ ਸੀਗੀ, ਉਹਦੀ ਇੱਕ ਜਿਹੜੀ ਹੈਗੀ ਕੈਲਕੂਲੇਸ਼ਨ ਕਰਨੀ ਪੈਂਦੀ ਆ, ਤੇ ਉਹ ਅੰਡਰ ਚਾਈਲਡ ਸਟੇਟਸ ਪ੍ਰੋਟੈਕਸ਼ਨ ਐਕਟ ਉਹਦੇ ਅੰਡਰ 21 ਸਾਲ ਤੋਂ ਉੱਪਰ ਵੀ ਆ ਜਾਂਦੇ ਆ, ਚਾਹੇ 23-24 ਸਾਲ ਦਾ ਵੀ ਹੋ ਜਾਵੇ।
ਪਰ ਜੇ ਉਸ ਕੈਲਕੂਲੇਸ਼ਨ 'ਚ ਫਿੱਟ ਕਰਦਾ ਜੀ, ਪਰ ਇਸ ਐਡਮਿਨਿਸਟ੍ਰੇਸ਼ਨ ਨੇ ਉਹ ਵੀ ਟਾਈਟ ਕੀਤਾ ਹੋਇਆ ਕੰਮ। ਓਕੇ, ਉਹ ਹੁਣ ਜਦੋਂ ਤੱਕ ਬੈਨ ਮਤਲਬ ਪ੍ਰੈਜ਼ੀਡੈਂਟ ਟਰੰਪ ਦਾ ਨਹੀਂ ਹਟਦਾ ਦਸੰਬਰ ਤੱਕ, ਉਹ ਕੈਟਾਗਰੀ ਜਿਹੜਾ 2000 ਤੁਸੀਂ ਕਹਿ ਲਓ ਵੀ ਮਤਲਬ 5 ਚੱਲਦਾ ਉਹ 5 ਹੀ ਚੱਲੂਗਾ ਜੀ, ਉਦੋਂ ਬਾਅਦ ਉਦੋਂ 5 ਸ਼ੁਰੂ ਉਦੋਂ ਸ਼ੁਰੂ ਹੋਊਗਾ ਤੇ ਜਿਹੜਾ 6 7 ਜਾਂ 8 ਚ ਕੀਤਾ ਉਹ ਡਿਲੇ ਹੋਊਗੀ। ਜੀ ਜੀ ਠੀਕ ਹੈ ਨਾ, ਉਹ ਅੱਗੇ ਜਾ ਕੇ ਡਿਲੇ ਹੋਏਗੀ। ਇਸੇ ਕਰਕੇ ਆਪਾਂ ਬਾਰ-ਬਾਰ ਇਹ ਕਹਿੰਦੇ ਆ ਵੀ ਇਲੈਕਸ਼ਨ ਬੜੀ ਇੰਪੋਰਟੈਂਟ ਆ। ਜੇ ਇਸ ਇਲੈਕਸ਼ਨ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਜਿੱਤਦੇ ਆ ਤਾਂ ਇਹ ਹੋ ਸਕਦਾ ਵੀ ਡਿਲੇ ਹੋਰ ਸਾਲ 2 ਸਾਲ ਦਾ ਉਹ ਇਹੀ ਐਗਜ਼ੈਕਟਿਵ ਆਰਡਰ ਦਸੰਬਰ ਤੋਂ ਲੈ ਕੇ ਜੂਨ ਤੱਕ ਲਾ ਦੇਣ। ਇਹ ਐਕਸਟੈਂਡ ਉਹ ਜਿੰਨੀ ਦੇਰ ਮਰਜ਼ੀ ਕਰ ਸਕਦੇ ਆ, ਉਹਨਾਂ ਦੀ ਕੋਈ ਲਿਮਿਟ ਨਹੀਂ ਹੈਗੀ ਵੀ ਉਹਨੇ ਇੰਨੀ ਦੇਰ ਹੀ ਕਰਨਾ ਜੀ। ਤੇ ਦੂਜਾ ਇਹ ਹੈਗਾ ਕਿ ਜੇ ਇਹਦੇ ਚ ਬਾਈਡਨ ਜਿੱਤਦੇ ਆ ਤਾਂ ਉਹਨਾਂ ਨੇ ਇਹ ਕਿਹਾ ਓਪਨਲੀ ਕਿ ਮੈਂ ਜਿੰਨੇ ਵੀ ਆ ਇਹਨਾਂ ਨੇ ਬੈਨ ਲਾਏ ਉਹ ਸਾਰੇ ਤੋੜ ਦਿਆਂਗੇ ਤੇ ਅਸੀਂ ਜਿਹੜਾ ਹੈਗਾ ਉਹ ਇਹ ਸਾਰੀਆਂ ਕੈਟਾਗਰੀਆਂ ਜਿਹੜੀਆਂ ਹੈਗੀਆਂ ਉਹ ਚੱਲਣਗੀਆਂ ਜੀ। ਸੋ ਇਹਦੇ ਚ ਹੋ ਸਕਦਾ ਵੀ ਉਹ ਫਿਰ ਬੈਨ ਖੁੱਲ ਜਾਣ, ਪਰ ਅਜੇ ਦਸੰਬਰ ਤੱਕ ਜਿਹੜੀ ਇਹ ਕੈਟਾਗਰੀ ਹੈ ਇਹਦੇ ਜਿਹੜੇ ਬੰਦੇ ਨੇ ਉਹਨਾਂ ਨੂੰ ਵੇਟ ਕਰਨੀ ਪੈਣੀ ਆ ਤੇ ਉਹਦੇ ਵਿੱਚ ਅਜੇ ਉਹਨਾਂ ਨੂੰ ਕੋਈ ਰਿਲੀਫ ਨਹੀਂ ਮਿਲਣੀ। ਠੀਕ ਹੈ ਜੀ, ਬਹੁਤ ਵਧੀਆ ਤੇ ਬੜੀ ਵਧੀਆ ਜਾਣਕਾਰੀ ਤੁਸੀਂ ਦਿੱਤੀ ਇਮੀਗ੍ਰੇਸ਼ਨ ਬਾਬਤ। ਅਗਲਾ ਸਟੈਪ ਜਿਹੜਾ ਹੈਗਾ ਉਹ ਇਹ ਹੈਗਾ ਵੀ 3 ਨਵੰਬਰ ਨੂੰ ਇਲੈਕਸ਼ਨ ਆ ਰਹੀਆਂ ਤੇ ਜਿਹੜੀ ਮੇਜਰ ਇਲੈਕਸ਼ਨ ਹੈਗੀ ਉਹ ਪ੍ਰੈਜ਼ੀਡੈਂਟ ਦੀ ਆ ਅਮਰੀਕਾ ਦੇ। ਜੋ ਬਾਈਡਨ ਤੇ ਟਰੰਪ ਦੇ ਵਿਚਕਾਰ ਜਿਹੜਾ ਬੜਾ ਜ਼ਬਰਦਸਤ ਮੁਕਾਬਲਾ, ਉਹਦੇ ਬਾਰੇ ਤੁਸੀਂ ਅੱਜ ਕੀ ਅਪਡੇਟ ਲੈ ਕੇ ਆਏ? ਦੇਖੋ, ਇਹ ਇਲੈਕਸ਼ਨ ਬਾਰੇ ਆਪਾਂ ਹਰ ਵਾਰੀ ਜਿਹੜੀ ਗੱਲ ਕਰਦੇ ਹਾਂ ਰੰਧਾਵਾ ਸਾਹਿਬ, ਇਲੈਕਸ਼ਨ ਜਿਹੜੀ ਆ ਇਹ ਬਹੁਤ ਜ਼ਿਆਦਾ ਇੰਟਰਸਟਿੰਗ ਆ। ਇਲੈਕਸ਼ਨ ਅਜੇ ਵੀ ਜਿਹੜੀ ਆ ਉਹ ਟਾਈਟ ਆ, ਪਰ ਜੋ ਬਾਈਡਨ ਦੇ ਹੱਕ ਦੇ ਵਿੱਚ ਹਵਾ ਹੈਗੀ ਜੀ। ਠੀਕ ਆ, ਤੇ ਲੇਕਿਨ ਉਹ ਨਹੀਂ ਹੈਗਾ ਵੀ ਜਿਸ ਤਰ੍ਹਾਂ ਇਹ ਹੋਵੇ ਵੀ ਉਹ ਜਿੱਤੇ ਹੀ ਪਏ ਆ। ਠੀਕ ਆ, ਕਿਉਂਕਿ ਪਿਛਲੀ ਵਾਰੀ ਵੀ ਜਦੋਂ ਹਿਲਰੀ ਕਲਿੰਟਨ ਖੜੇ ਸੀ ਉਦੋਂ ਪੋਲਾਂ ਗਏ ਸੀ ਕਿ 10 ਪੁਆਇੰਟ ਅੱਗੇ ਆ। ਉਹਦਾ ਪੋਲ ਵਾਲੇ ਦਿਨ ਤੱਕ ਵੀ ਕਹੀ ਗਏ ਵੀ 4 ਪੁਆਇੰਟ ਜਦੋਂ ਵੋਟਾਂ ਪਈਆਂ ਅੱਗੇ ਨੇ। ਤੇ ਇਸ ਕਰਕੇ ਹੁਣ ਜਿਹੜੇ ਇਹਨਾਂ ਦੇ ਕੰਪੇਨ ਮੈਨੇਜਰ ਹੈਗੇ ਆ ਜੋ ਬਾਈਡਨ ਦੇ, ਉਹਨਾਂ ਨੇ ਆਹ ਵੀਕ ਜਿਹੜੀ ਇੰਟਰਵਿਊ ਦਿੱਤੀ ਆ ਉਹਦੇ ਚ ਉਹਨਾਂ ਨੇ ਕਿਹਾ ਵੀ ਬਹੁਤ ਟਾਈਟ ਇਲੈਕਸ਼ਨ ਆ ਤੇ ਮੈਂ ਆਪਣੇ ਸਾਰੇ ਜਿਹੜੇ ਸਪੋਰਟਰ ਨੇ ਜਾਂ ਡੈਮੋਕ੍ਰੈਟਸ ਨੇ ਜਿਹੜੇ ਬੰਦੇ ਚਾਹੁੰਦੇ ਨੇ ਕਿ ਜੋ ਬਾਈਡਨ ਜਿੱਤਣ, ਉਹਨਾਂ ਨੂੰ ਬੇਨਤੀ ਕਰਦੀ ਆ ਵੀ ਇਹ ਨਾ ਮੰਨੋ ਵੀ ਪੋਲ ਕਹਿ ਰਹੀ ਆ ਵੀ 10 ਪੁਆਇੰਟ ਅੱਗੇ ਆ, ਇਹਦੇ ਚ ਰਿਲੈਕਸ ਨਾ ਹੋ, ਵੋਟਾਂ ਆਪ ਵੀ ਪਾਓ ਤੇ ਸਾਰਿਆਂ ਦੀਆਂ ਪਾਓ। ਕਿਉਂਕਿ ਇਹ ਇਲੈਕਸ਼ਨ ਦੀ ਪ੍ਰੋਬਲਮ ਇਹ ਆ ਕਿ ਕਈ ਬੰਦਿਆਂ ਨੇ ਵੋਟ ਹੀ ਨਹੀਂ ਪਾਉਣੀ ਤੇ ਜੇ ਵੋਟ ਨਾ ਪਾਉਣਗੇ ਤਾਂ ਉੱਥੇ ਪੋਲ ਕੀ ਕਰੂਗੀ? ਕਿਉਂਕਿ ਪੋਲ ਤਾਂ ਉਦੋਂ ਹੈ ਨਾ ਜੇ ਹੁਣ ਵੋਟ ਪਾਊਗੀ ਉਹ ਕਹਿਣਗੇ ਹਾਂਜੀ ਇੰਨੇ ਬੰਦੇ ਵੋਟ ਪਾ ਸਕਦੇ ਆ, ਤੇ ਜੇ ਪਾਈ ਨਾ ਵੋਟ ਤਾਂ ਉੱਥੇ ਕੋਈ ਪੋਲ ਹੈਲਪ ਨਹੀਂ ਕਰ ਸਕਦੀ। ਸੋ ਵੋਟ ਪਾਉਣੀ ਜ਼ਰੂਰੀ ਆ ਹਰੇਕ ਨੂੰ ਜਿਹੜਾ ਵੀ ਪਾਵੇ। ਤੋ ਇਸ ਕਰਕੇ ਇਲੈਕਸ਼ਨ ਜਿਹੜੀ ਹੁਣ ਹਾਲਾਤ 'ਚ ਖੜੀ ਆ ਉਹ ਇਹ ਹੈਗੀ ਆ ਕਿ ਜਿਹੜੀਆਂ ਬੈਟਲ ਗਰਾਊਂਡ ਸਟੇਟਾਂ ਨੇ, ਕਿਉਂਕਿ ਅਮਰੀਕਾ ਦੇ ਵਿੱਚ ਹੈਗਾ ਇਲੈਕਟਰਲ ਕਾਲਜ ਸਿਸਟਮ, ਇੱਥੇ ਪੋਪੂਲਰ ਵੋਟ ਇੰਨਾ ਮੈਟਰ ਨਹੀਂ ਕਰਦੀ। ਬਿਲਕੁਲ, ਕਿਉਂਕਿ ਪੋਪੂਲਰ ਵੋਟ ਤਾਂ ਅਮਰੀਕਾ ਦੇ ਵਿੱਚ ਰੰਧਾਵਾ ਸਾਹਿਬ ਜਿਹਨੂੰ ਕੈਲੀਫੋਰਨੀਆ ਤੇ ਨਿਊਯਾਰਕ ਤੇ ਜਿਹੜੀ ਵਾਸ਼ਿੰਗਟਨ ਸਟੇਟ, ਇਲੀਨੋਇਸ ਸਟੇਟ ਤੇ ਟੈਕਸਸ, ਇਹ ਜਿਹੜੀਆਂ 5 ਸਟੇਟਾਂ ਸਭ ਤੋਂ ਵੱਧ ਹੈਗੀਆਂ ਪਾਪੂਲੇਸ਼ਨ ਵਾਲੀਆਂ, ਇਹ ਪੈ ਜਾਣ ਉਹ ਜਿੱਤਿਆ ਹੀ ਪਿਆ, ਉਹਨੂੰ ਹੋਰ ਸਟੇਟ ਦੀ ਲੋੜ ਹੀ ਨਹੀਂ ਬਹੁਤੀ। ਲੇਕਿਨ ਜਿਹੜੀ ਡੈਮੋਕ੍ਰੈਟਿਕ ਕੈਂਡੀਡੇਟਸ ਨੂੰ ਹਮੇਸ਼ਾ, ਕਿਉਂਕਿ ਕੈਲੀਫੋਰਨੀਆ ਪੈਂਦਾ, ਇਲੀਨੋਏ ਪੈਂਦੀ ਆ, ਉਹਨਾਂ ਨੂੰ ਉੱਥੋਂ ਮਤਲਬ ਉਹ ਜਿੱਤਦੇ ਆ, ਨਿਊਯਾਰਕ ਤੋਂ ਜਿੱਤਦੇ ਆ ਤੇ ਵਾਸ਼ਿੰਗਟਨ ਸਟੇਟ ਤੋਂ ਜਿੱਤਦੇ ਆ, ਉਹਦੇ ਕਰਕੇ ਉਹਨਾਂ ਦੀ ਜਿਹੜੀ ਪੋਪੂਲਰ ਵੋਟ ਹਮੇਸ਼ਾ ਜ਼ਿਆਦਾ ਹੁੰਦੀ ਆ। ਪ੍ਰੋਬਲਮ ਇੱਥੇ ਹੈਗੀ ਆ ਇਲੈਕਟੋਰਲ ਕਾਲਜ ਦੀ, ਉਹਦੇ ਵਿੱਚ ਜਿਹੜੀਆਂ ਬੈਟਲ ਗਰਾਊਂਡ ਸਟੇਟਾਂ ਨੇ, ਕਿਉਂਕਿ ਹਰੇਕ ਸਟੇਟ ਨੂੰ ਇੱਕ ਸਰਟਨ ਨੰਬਰ ਆਫ ਵੋਟਸ ਅਲਾਟਡ ਹੁੰਦੀਆਂ ਨੇ ਵੀ ਕਿਸੇ ਦੀਆਂ 11, ਕਿਸੇ ਦੀਆਂ 20, ਕਿਸੇ ਦੀਆਂ 50, ਇਸ ਤਰ੍ਹਾਂ ਉਹਦੀ ਪਾਪੂਲੇਸ਼ਨ ਦੇ ਵਾਈਜ਼ ਤੇ ਉੱਥੇ ਕਿੰਨੇ ਕਾਂਗਰਸਮੈਨ ਨੇ ਉਹਦੇ ਮੁਤਾਬਕ। ਹੁਣ ਜਿਹੜੀਆਂ ਇਲੈਕਟੋਰਲ ਕਾਲਜ ਦੀਆਂ ਵੋਟਾਂ ਨੇ ਉਹਨੇ ਡਿਸਾਈਡ ਕਰਨਾ ਕਿ ਕਿਹੜਾ ਪ੍ਰੈਜ਼ੀਡੈਂਟ ਬਣੂਗਾ। ਉਹਦੇ ਵਿੱਚ ਇਹ ਆ ਵੀ ਕੁਝ ਸਟੇਟਾਂ ਦਾ ਰੰਧਾਵਾ ਸਾਹਿਬ ਉਹ ਨੇ ਜਿਹੜੀਆਂ ਕਿ ਪੱਕੀਆਂ ਡੈਮੋਕ੍ਰੈਟਿਕ ਨੇ, ਉਹ ਪਤਾ ਵੀ ਡੈਮੋਕ੍ਰੇਟਾਂ ਨੂੰ ਪੈਣੀਆਂ ਐਤਕੀ ਵੀ ਪੈਣੀਆਂ ਨੇ, ਜਿਨ੍ਹਾਂ ਵਿੱਚ ਤੁਹਾਡੀ ਕੈਲੀਫੋਰਨੀਆ ਆ ਗਈ, ਜਿਹੜੀ ਵਾਸ਼ਿੰਗਟਨ ਸਟੇਟ ਆ ਗਈ, ਓਰੇਗਨ ਆ ਗਈ, ਉਦੋਂ ਬਾਅਦ ਨਿਊਯਾਰਕ ਆ ਗਿਆ, ਨਿਊ ਜਰਸੀ ਆ ਗਿਆ, ਜਿਹੜਾ ਕਨੈਟੀਕਟ ਆ ਗਿਆ, ਇਲੀਨੋਏ ਆ ਗਿਆ, ਤੇ ਸ਼ਿਕਾਗੋ ਆ, ਬਾਕੀ ਨਿਊ ਮੈਕਸੀਕੋ ਆ ਗਿਆ ਤੇ ਕੋਲੋਰਾਡੋ ਵੀ ਐਤਕੀ ਹੈਗੀ ਆ। ਤੇ ਇਦਾਂ ਦੀਆਂ ਸਟੇਟਾਂ ਹੈਗੀਆਂ ਜਿਹੜੀਆਂ ਕਿ ਮਤਲਬ ਪੱਕੀਆਂ ਪੈਣੀਆਂ। ਕਈ ਪੱਕੀਆਂ ਰਿਪਬਲਿਕਨ ਸਟੇਟਾਂ ਨੇ ਜਿਨ੍ਹਾਂ ਵਿੱਚ ਕਿ ਟੈਕਸਸ ਸੀਗਾ, ਪਰ ਟੈਕਸਸ ਇਸ ਟਾਈਮ ਤੇ ਬੈਟਲ ਗਰਾਊਂਡ ਆ। ਉਹਨਾਂ ਤੋਂ ਜਿਹੜੀਆਂ ਪੱਕੀਆਂ ਨੇ ਉਹ ਆਹੀ ਨੇ ਆਈਡੋਹਾ, ਉਦੋਂ ਬਾਅਦ ਜਿਹੜੀਆਂ ਹੈਗੀਆਂ ਨਾਰਥ ਡਕੋਟਾ, ਸਾਊਥ ਡਕੋਟਾ, ਉਸ ਤੋਂ ਬਾਅਦ ਤੁਸੀਂ ਲਾ ਲਓ ਕਿ ਆਪਣੀਆਂ ਥੱਲੇ ਜਾ ਕੇ ਆ ਗਈਆਂ ਲੂਜ਼ੀਆਨਾ, ਤੇ ਲੂਜ਼ੀਆਨਾ ਦੇ ਨਾਲ ਜਿੰਨੀਆਂ ਵੀ ਉਹ ਸਾਊਥ ਦੀਆਂ ਸਟੇਟਾਂ ਹੈਗੀਆਂ, ਕੰਟੱਕੀ ਹੋ ਗਈ ਤੇ ਉਹਦੇ ਨਾਲ ਨਾਲ ਮਜ਼ੂਰੀ ਹੋ ਗਈ ਤੇ ਮਿਸੀਸਿਪੀ ਹੋ ਗਈ। ਠੀਕ ਹੈ ਨਾ, ਤੇ ਇਹ ਜਿਹੜੀਆਂ ਆਹ ਸਟੇਟਾਂ ਇਦਾਂ ਦੀਆਂ ਇਹ ਪੱਕੀਆਂ ਰਿਪਬਲਿਕਨ ਸਟੇਟਾਂ ਨੇ ਜਿਹੜੀਆਂ ਕਿ ਉਹਦੇ ਵਿੱਚ ਆਰਕਨਸਾ ਵੀ ਹੋ ਗਈ, ਟੈਨਸੀ ਹੋ ਗਈ, ਇਹ ਸਾਰੀਆਂ ਰਿਪਬਲਿਕਨ ਪ੍ਰੈਜ਼ੀਡੈਂਟ ਨੂੰ ਪੈਂਦੀਆਂ ਤੇ ਉਮੀਦ ਆ ਵੀ ਟਰੰਪ ਸਾਹਿਬ ਨੂੰ ਪੈਣਗੀਆਂ। ਗੱਲ ਹੈਗੀ ਆ ਵਿੱਚ ਵਿਚਾਲੇ ਵਾਲੀਆਂ ਸਟੇਟਾਂ ਦੀ। ਉਹਨਾਂ 'ਚ 3 ਸਟੇਟਾਂ ਇਦਾਂ ਦੀਆਂ ਨੇ ਜਿਹੜੀਆਂ ਕਿ ਲਾਸਟ ਟਾਈਮ ਪ੍ਰੈਜ਼ੀਡੈਂਟ ਟਰੰਪ ਨੇ ਜਿੱਤੀਆਂ ਸੀ ਹਿਲਰੀ ਕਲਿੰਟਨ ਤੋਂ, ਬੜੇ ਥੋੜੇ ਮਾਰਜਨ ਨਾਲ, ਜਿਹੜੀਆਂ ਕਿ ਡੈਮੋਕ੍ਰੈਟਿਕ ਸਟੇਟਾਂ ਸੀਗੀਆਂ। ਪਹਿਲੀ ਗੱਲ ਤਾਂ ਉਹਨਾਂ ਦੀ ਆ ਵੀ ਉਹ ਕਿੱਧਰ ਜਾਂਦੀਆਂ ਨੇ, ਉਹ ਹੈਗੀਆਂ ਵਿਸਕੌਨਸਿਨ,
ਪੈਨਸਿਲਵੇਨੀਆ ਤੇ ਮਿਸ਼ੀਗਨ। ਜੀ ਹੁਣ ਇਹ 3 ਸਟੇਟਾਂ ਡਿਸਾਈਡ ਕਰਨਗੀਆਂ, ਬਹੁਤ ਇੰਪੋਰਟੈਂਟ ਨੇ ਡੈਮੋਕ੍ਰੈਟਿਕ ਕੈਂਡੀਡੇਟ ਜੋ ਬਾਈਡਨ ਲਈ। ਜੇ ਜੋ ਬਾਈਡਨ ਇਹ ਸਟੇਟਾਂ ਜਿੱਤਦੇ ਨੇ ਤਾਂ ਉਹਨਾਂ ਦੀ ਜਿਹੜੀ ਜਿੱਤ ਆ ਉਹ ਆਲਮੋਸਟ ਯਕੀਨੀ ਆ। ਤੇ ਕਿਉਂਕਿ ਜੇ ਇਹੀ 3 ਜਿੱਤ ਜਾਂਦੇ ਨੇ ਤੇ ਬਾਕੀ ਸਾਰੀਆਂ ਹਿਲਰੀ ਵਾਲੇ ਜਿੱਤ ਜਾਂਦੇ ਨੇ ਤਾਂ ਉਹ 270 ਤੇ ਪਹੁੰਚ ਜਾਂਦੇ ਆ। ਜੀ ਜੀ ਜੀ। ਲੇਕਿਨ ਜੇ ਇਹ 3 ਸਟੇਟਾਂ ਉਹ ਨਹੀਂ ਜਿੱਤਦੇ ਤਾਂ ਉਹਨਾਂ ਦੀ ਜਿਹੜੀ ਪਾਥ ਆ ਉਹ ਨੈਰੋ ਹੋ ਜਾਂਦੀ। ਫਿਰ ਉਹਨਾਂ ਨੂੰ ਜਿੱਤਣੀ ਪੈਣੀ ਆ ਫਲੋਰੀਡਾ ਜੀ, ਉਹਦੇ ਨਾਲ ਜਿੱਤਣੀ ਪੈਣੀ ਜਾਰਜੀਆ, ਫਿਰ ਜਿੱਤਣੀ ਪੈਣੀ ਆ ਨਾਰਥ ਕੈਰੋਲਾਈਨਾ, ਤੇ ਇਦਾਂ ਦੀਆਂ ਸਟੇਟਾਂ ਜਿਹੜੀਆਂ ਹੋਰ ਵੀ ਟਫ ਨੇ। ਸੋ ਇਸ ਟਾਈਮ ਤੇ ਜਿਹੜੀਆਂ ਬੈਟਲ ਗਰਾਊਂਡ ਸਟੇਟਾਂ ਨੇ ਜਿੱਥੇ ਕਿ ਉਹ ਨਾ ਮਤਲਬ ਉਹ ਕਿਸੇ ਵੱਲ ਵੀ ਜਾ ਸਕਦੀਆਂ ਨੇ, ਉਹਨਾਂ ਵਿੱਚ ਜਿਹੜੀਆਂ ਮੁੱਖ ਸਟੇਟਾਂ ਨੇ ਜਿੱਥੇ ਕਿ ਹੁਣ ਮੁਕਾਬਲਾ ਹੋ ਰਿਹਾ, ਦੋਨੇ ਕੈਂਡੀਡੇਟ ਪ੍ਰੈਜ਼ੀਡੈਂਟ ਟਰੰਪ ਵੀ ਤੇ ਵਾਈਸ ਪ੍ਰੈਜ਼ੀਡੈਂਟ ਬਾਈਡਨ ਵੀ, ਉਹ ਬਾਰ-ਬਾਰ ਜਾ ਰਹੇ ਨੇ ਤੇ ਸਾਰਾ ਪੈਸਾ ਉੱਥੇ ਲੱਗ ਰਿਹਾ ਜੀ। ਉਹ ਹੈਗੀਆਂ ਇੱਕ ਤਾਂ 3 ਸਟੇਟਾਂ, ਪੈਨਸਿਲਵੇਨੀਆ ਤੇ ਮਿਸ਼ੀਗਨ, ਵਿਸਕਾਂਸਿਨ। ਉਹਦੇ ਨਾਲ ਹੈਗੀ ਆ ਜੀ ਓਹਾਇਓ, ਤੇ ਉਹਦੇ ਨਾਲ ਹੈਗੀ ਆ ਜਾਰਜੀਆ ਜੀ, ਟੈਕਸਸ, ਫਿਰ ਹੈਗੀ ਐਰੀਜ਼ੋਨਾ, ਨਵਾਡਾ। ਠੀਕ ਆ। ਤੇ ਇਹ ਜਿਹੜੀਆਂ ਸਟੇਟਾਂ ਨੇ ਇਹਨਾਂ ਦੇ ਵਿੱਚ ਇਸ ਟਾਈਮ ਦੇ ਉੱਤੇ ਸਿਰਫ ਟੈਕਸਸ ਇੱਕ ਸਟੇਟ ਆ ਜਿਹੜੀ ਕਿ ਸਾਰੀ ਪੋਲਿੰਗ ਦੱਸਦੀ ਆ ਜਿੱਥੇ ਕਿ ਪ੍ਰੈਜ਼ੀਡੈਂਟ ਟਰੰਪ 2-3 ਪੁਆਇੰਟ 4 ਪੁਆਇੰਟ ਤੋਂ ਅੱਗੇ ਨੇ। ਬਾਕੀ ਸਾਰੀਆਂ ਸਟੇਟਾਂ ਜੋ ਪਿੱਛੇ ਆ ਜੀ। ਈਵਨ ਐਰੀਜ਼ੋਨਾ ਉਹ ਸਟੇਟ ਆ ਜਿਹੜੀ ਕਿ ਸਿਰਫ ਬਿਲ ਕਲਿੰਟਨ ਹੀ ਜਿੱਤ ਸਕੇ ਸੀ ਐਜ਼ ਡੈਮੋਕ੍ਰੈਟ, ਬਾਕੀ ਹਮੇਸ਼ਾ ਰਿਪਬਲਿਕਨ ਰਹੀ ਆ। ਉਹ ਸਟੇਟ ਦੇ ਵਿੱਚ ਵੀ ਇਸ ਟਾਈਮ ਜਿਹੜੇ ਪ੍ਰੈਜ਼ੀਡੈਂਟ ਟਰੰਪ ਨੇ ਪਿੱਛੇ ਨੇ, ਬਾਈਡਨ ਸਾਹਿਬ ਅੱਗੇ ਨੇ ਜੀ। ਜਾਰਜੀਆ ਇੱਕ ਏਦਾਂ ਦੀ ਸਟੇਟ ਆ ਜਿਹੜੀ ਕਿ ਹਮੇਸ਼ਾ ਜਿਹੜੀ ਰਿਪਬਲਿਕਨ ਰਹੀ ਆ, ਉੱਥੇ ਵੀ ਪਿੱਛੇ ਚੱਲ ਰਹੇ ਨੇ। ਸੋ ਇਹ ਵੀ ਹੋ ਸਕਦਾ ਕਿ ਜਿਹੜੀਆਂ 2-3 ਸਿੱਕੇ ਬੰਦ ਰਿਪਬਲਿਕਨ ਸਟੇਟਾਂ ਨੇ ਉਹ ਐਤਕੀ ਫਲਿੱਪ ਕਰ ਜਾਣ, ਉਹ ਐਤਕੀ ਡੈਮੋਕ੍ਰੈਟਿਕ ਹੋ ਜਾਣ। ਤੇ ਇਸ ਕਰਕੇ ਕਿਉਂਕਿ ਉਹ ਜਿਹੜੀਆਂ ਸਾਰੀਆਂ ਬੈਟਲ ਗਰਾਊਂਡ 'ਚ ਅੱਗੇ ਨੇ, ਜੇ ਉਹ ਸਾਰੀਆਂ ਪੈ ਗਈਆਂ ਤਾਂ ਉਹਨਾਂ ਦੀ ਜਿਹੜੀ ਜਿੱਤ ਆ ਉਹ ਬਹੁਤ ਵੱਡੀ ਲੈਂਡਸਲਾਈਡ ਵਿਕਟਰੀ ਹੋਏਗੀ। ਤੇ ਜੇ ਉਹਨਾਂ ਵਿੱਚੋਂ ਅੱਧ ਵੀ ਹੋ ਜਾਏ ਕਿ ਅੱਧੀਆਂ ਉਹ ਲੈ ਜਾਣ ਅੱਧੀਆਂ ਇਹ ਲੈ ਜਾਣ, ਉਹ ਫਿਰ ਵੀ ਜਿੱਤਦੇ ਆ। ਸੋ ਪ੍ਰੈਜ਼ੀਡੈਂਟ ਟਰੰਪ ਦੇ ਹੱਕ 'ਚ ਇਹ ਆ ਵੀ ਉਹ ਸਾਰੀਆਂ ਸਟੇਟਾਂ ਜਿੱਤਣ ਬੈਟਲ ਗਰਾਊਂਡ। ਫਿਰ ਜਿੰਨੀ ਦੇਰ ਉਹ ਸਾਰੀਆਂ ਸਟੇਟਾਂ ਬੈਟਲ ਗਰਾਊਂਡ ਨਹੀਂ ਜਿੱਤਦੇ, ਉਹ ਨਹੀਂ ਜਿੱਤ ਸਕਦੇ, ਜੋ ਕਿ ਇਸ ਟਾਈਮ ਤੇ ਬਹੁਤ ਟਫ ਹੈ। ਤੇ ਇਲੈਕਸ਼ਨ ਜਿਹੜੀ ਆ ਅਜੇ ਵੀ ਕਲੋਜ਼ ਆ, ਜੋ ਕਿ ਆਪ ਕੰਪੇਨਾਂ ਦੋਨੇ ਮੰਨ ਰਹੀਆਂ ਨੇ। ਬਾਈਡਨ ਕੰਪੇਨ ਵੀ ਇਹ ਕਹਿ ਰਹੀ ਆ ਤੇ ਜਿਹੜੀ ਟਰੰਪ ਸਾਹਿਬ ਦੀ ਕੰਪੇਨ ਵੀ ਕਹਿ ਰਹੀ ਆ। ਪਰ ਮੀਡੀਆ ਇਹ ਕਹਿ ਰਿਹਾ ਕਿ ਬਾਈਡਨ ਸਾਹਿਬ 11 ਪੁਆਇੰਟ ਤੋਂ ਅੱਗੇ 10 ਪੁਆਇੰਟ ਤੋਂ, ਪਰ ਕੰਪੇਨ ਕਹਿ ਰਹੀ ਆ ਇਲੈਕਸ਼ਨ ਬਹੁਤ ਟਾਈਟ ਆ। ਪਰ ਜਿਹੜੀ ਫੇਵਰੇਬਿਲਟੀ ਆ ਉਹ ਬਾਈਡਨ ਸਾਹਿਬ ਦੀ ਆ। ਇਹ ਕਹਿ ਲਓ ਵੀ ਜਿਹੜੀ ਹਵਾ ਹੈਗੀ ਲੋਕਾਂ ਦੀ ਉਹ ਇਸ ਟਾਈਮ ਤੇ ਬਾਈਡਨ ਸਾਹਿਬ ਦੇ ਹੱਕ 'ਚ ਆ ਤੇ ਉਹਨਾਂ ਦੀ ਜਿੱਤ ਜਿਹੜੀ ਆ ਉਹ ਜ਼ਿਆਦਾ ਲਾਈਕਲੀ ਲੱਗਦੀ ਆ, ਪਰ ਅਜੇ ਕੁਝ ਪੱਕਾ ਨਹੀਂ। ਬਹੁਤ ਅੱਛਾ ਜੀ, ਬੜੀ ਭਰਪੂਰ ਜਾਣਕਾਰੀ ਤੁਸੀਂ ਦਿੱਤੀ। ਪਹਿਲਾਂ ਇਮੀਗ੍ਰੇਸ਼ਨ ਬਾਬਤ, ਉਸ ਤੋਂ ਬਾਅਦ ਸਥਾਨਕ ਪੋਲਿਟਿਕਸ ਬਾਰੇ। ਤੇ ਸਾਡਾ ਉਮੀਦ ਕਰਦੇ ਕਿ ਸਾਡੇ ਦਰਸ਼ਕਾਂ ਨੂੰ ਇਹਦੇ ਤੋਂ ਬੜੀ ਜਾਣਕਾਰੀ ਮਿਲੀ ਹੋਊਗੀ। ਤੁਸੀਂ ਹਰ ਹਫਤੇ ਸਾਡੇ ਕੋਲ ਆਉਂਦੇ ਹੋ, ਬੜੀਆਂ ਵਧੀਆ ਜਾਣਕਾਰੀਆਂ ਲੈ ਕੇ ਆਉਂਦੇ ਹੋ। ਇਸ ਵੇਲੇ ਪੋਜੀਸ਼ਨ ਇਹ ਹੈ ਜੀ ਜਿੱਥੇ ਸਾਡਾ ਟੀਵੀ ਚੱਲਦਾ ਉਹ ਤੇ ਲੋਕ ਸਾਨੂੰ ਭੇਜਦੇ ਹੀ ਆ ਸਵਾਲ, ਤੇ ਸੋਸ਼ਲ ਮੀਡੀਆ ਦੇ ਵਿੱਚ ਜਿੱਦਾਂ YouTube ਆ, Facebook ਆ, ਉੱਤੇ ਵੀ ਸਾਨੂੰ ਬਹੁਤ ਜ਼ਿਆਦਾ ਸਵਾਲ ਆਉਣ ਲੱਗ ਪਏ ਆ। ਤੇ ਮੁਮਕਿਨ ਨਹੀਂ ਹੁੰਦਾ ਵੀ ਸਾਰਿਆਂ ਦਾ ਅਸੀਂ ਜਵਾਬ ਦੇ ਸਕੀਏ। ਕੋਸ਼ਿਸ਼ ਕਰਦੇ ਹਾਂ ਕਿ ਇੱਕ ਪੈਰਲਲ ਜਾਂ ਇੱਕ ਹੋ ਜਾਏ, ਇੱਕ ਜਿਹੜਾ ਸਾਰਿਆਂ ਦੇ ਜਿਹੜੇ ਕੁਐਸਚਨ ਆ, ਇੱਕ ਕੁਐਸਚਨ 'ਚ ਜਾਂ 2 ਕੁਐਸਚਨ ਜਾਂ 3 ਕੁਐਸਚਨਾਂ 'ਚ ਉਹ ਜਵਾਬ ਦਿੱਤੇ ਜਾਣ। ਤੁਸੀਂ ਬਹੁਤ ਵਧੀਆ ਤਰੀਕੇ ਨਾਲ ਸਾਰੇ ਜਵਾਬ ਦਿੰਦੇ ਹੋ। ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ। ਹਾਂਜੀ ਧਾਵਾ ਸਾਹਿਬ, ਥੈਂਕ ਯੂ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।